ਇਸ ਵੇਲੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਉਥਲ ਪੁਥਲ ਅਫਗਾਨਿਸਤਾਨ ਵਿੱਚ ਦਿਖਾਈ ਦੇ ਰਹੀ ਹੈ। ਡੈਂਡੀ ਲਗਭਗ ਪਿਛਲੇ 30 ਸਾਲਾਂ ਤੋਂ ਇੱਥੇ ਜੋ ਖਾਨਾ ਜੰਗੀ ਚੱਲਦੀ ਰਹੀ ਹੈ ਉਸ ਵਿੱਚ 70,000 ਤੋਂ ਵਧੇਰੇ ਫੌਜੀ, 50,000 ਤੋਂ ਵਧੇਰੇ ਨਾਗਰਿਕ ਅਤੇ ਇੰਨੇ ਕੁ ਹੀ ਅੱਤਵਾਦੀ ਮਾਰੇ ਗਏ ਹਨ। ਡੈਂਡੀ ਇਹ ਅੰਦਾਜ਼ਾ ਪਿਛਲੇ 2 ਦਹਾਕਿਆਂ ਦੀ ਖਾਨਾ ਜੰਗੀ ਦਾ ਹੈ। ਡੈਂਡੀ ਉਸ ਤੋਂ ਪਹਿਲਾਂ ਵੀ ਇਸ ਲੜਾਈ ਵਿੱਚ ਲੱਖਾਂ ਹੀ ਲੋਕ ਅੱਤਵਾਦੀਆਂ ਸਮੇਤ ਮਾਰੇ ਗਏ ਸਨ। ਡੈਂਡੀ ਪਰ ਇਹਨਾਂ 30 ਸਾਲਾਂ ਵਿੱਚ ਤਾਲਿਬਾਨ ਦਾ 5 ਸਾਲ ਦਾ ਰਾਜ ਬੇਹੱਦ ਕਰੂਰਤਾ ਭਰਿਆ ਸੀ, ਜਿਸ ਵਿੱਚ ਔਰਤਾਂ ਨੂੰ ਕੋਈ ਆਜ਼ਾਦੀ ਨਹੀਂ ਸੀ। ਡੈਂਡੀ ਸ਼ਹਿਰੀ ਨਾਗਰਿਕ ਆਜ਼ਾਦੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਡੈਂਡੀ ਸ਼ਰੀਅਤ ਕਾਨੂੰਨਾਂ ਦੇ ਆਧਾਰ 'ਤੇ ਬਣਾਈਆਂ ਗਈਆਂ ਅਦਾਲਤਾਂ ਕੋੜੇ ਮਾਰਨ ਤੋਂ ਲੈ ਕੇ ਹੱਥ ਪੈਰ ਵੱਢਣ, ਔਰਤਾਂ ਦੀ ਹੰਟਰਾਂ ਨਾਲ ਕੁਟਾਈ ਅਤੇ ਸ਼ਰੇਆਮ ਵਿਰੋਧੀਆਂ ਨੂੰ ਗੋਲੀ ਮਾਰਨ ਜਾਂ ਸੂਲੀ 'ਤੇ ਚੜ੍ਹਾਉਣ ਦੀਆਂ ਹੌਲਨਾਕ ਖ਼ਬਰਾਂ ਮਿਲਦੀਆਂ ਰਹੀਆਂ ਸਨ। ਡੈਂਡੀ ਉਸ ਸਮੇਂ ਤਾਲਿਬਾਨ ਸਰਕਾਰ ਨੂੰ ਪਾਕਿਸਤਾਨ ਤੋਂ ਇਲਾਵਾ 3 ਹੋਰ ਮੁਲਕਾਂ ਸਾਊਦੀ ਅਰਬ, UAE ਅਤੇ ਤੁਰਕਮੇਨਿਸਤਾਨ ਨੇ ਹੀ ਮਾਨਤਾ ਦਿੱਤੀ ਸੀ। ਡੈਂਡੀ ਪਿਛਲੇ 20 ਸਾਲ ਅਮਰੀਕੀ ਫੌਜਾਂ ਦੀ ਛਤਰਛਾਇਆ ਹੇਠ ਅਫਗਾਨਿਸਤਾਨ ਵਿੱਚ ਨਵੇਂ ਤਿਆਰ ਕੀਤੇ ਗਏ ਸੰਵਿਧਾਨ ਅਨੁਸਾਰ ਚੋਣਾਂ ਵੀ ਹੁੰਦੀਆਂ ਰਹੀਆਂ। ਡੈਂਡੀ ਸਾਲ 2004 ਵਿੱਚ ਹਾਮਿਦ ਕਰਜ਼ਈ ਰਾਸ਼ਟਰਪਤੀ ਬਣੇ, ਜੋ 2 ਵਾਰ ਚੁਣੇ ਗਏ ਸਨ। ਡੈਂਡੀ ਉਸ ਤੋਂ ਬਾਅਦ ਅਸ਼ਰਫ ਗਨੀ ਨੇ ਪ੍ਰਸ਼ਾਸਨ ਚਲਾਇਆ। ਡੈਂਡੀ ਚਾਹੇ ਇਹਨਾਂ ਸਰਕਾਰਾਂ ਨੂੰ ਅਮਰੀਕਾ ਵੱਲੋਂ ਹਰ ਪੱਖ ਤੋਂ ਵੱਡੀ ਮਦਦ ਮਿਲਦੀ ਰਹੀ। ਡੈਂਡੀ ਅੰਕੜਿਆਂ ਮੁਤਾਬਕ ਅਮਰੀਕਾ ਨੇ ਇਸ ਦੇਸ਼ 'ਤੇ 72.56 ਲੱਖ ਕਰੋੜ ਖਰਚ ਕੀਤਾ ਹੈ। ਡੈਂਡੀ ਅਮਰੀਕਾ ਦੁਨੀਆ ਦੀ ਵੱਡੀ ਤਾਕਤ ਹੈ। ਡੈਂਡੀ ਓਸਾਮਾ ਬਿਨ ਲਾਦੇਨ ਦੀ ਅਗਵਾਈ ਵਾਲੇ ਅਲ-ਕਾਇਦਾ ਅੱਤਵਾਦੀ ਸੰਗਠਨ ਨੇ ਨਿਊਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ ਦੀਆਂ 2 ਵੱਡੀਆਂ ਇਮਾਰਤਾਂ 'ਤੇ ਹਮਲਾ ਕਰਵਾ ਕੇ ਉਹਨਾਂ ਨੂੰ ਤਬਾਹ ਕਰ ਦਿੱਤਾ ਸੀ, ਜਿਸ ਵਿੱਚ ਲਗਭਗ 3,000 ਦੇ ਕਰੀਬ ਲੋਕ ਮਾਰੇ ਗਏ ਸਨ। ਡੈਂਡੀ ਇੱਥੇ ਹੀ ਬਸ ਨਹੀਂ, ਓਸਾਮਾ ਦੇ ਸਾਥੀਆਂ ਨੇ ਅਮਰੀਕਾ ਦੀ ਸੁਰੱਖਿਆ ਦੀ ਇਮਾਰਤ ਪੈਂਟਾਗਨ 'ਤੇ ਵੀ ਹਵਾਈ ਹਮਲੇ ਕੀਤੇ ਸਨ। ਡੈਂਡੀ ਓਸਾਮਾ ਨੂੰ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਸ਼ਰਨ ਦਿੱਤੀ ਹੋਈ ਸੀ। ਡੈਂਡੀ ਤਾਲਿਬਾਨ ਨੇ ਓਸਾਮਾ ਬਿਨ ਲਾਦੇਨ ਨੂੰ ਅਮਰੀਕਾ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ। ਡੈਂਡੀ ਇਸ ਨੂੰ ਆਧਾਰ ਬਣਾ ਕੇ ਉਸ ਨੇ ਅਫਗਾਨਿਸਤਾਨ 'ਤੇ ਹਮਲਾ ਕਰਕੇ ਤਾਲਿਬਾਨੀ ਹਕੂਮਤ ਨੂੰ ਖ਼ਤਮ ਕਰ ਦਿੱਤਾ ਸੀ। ਡੈਂਡੀ ਅਮਰੀਕਾ ਦੀ ਵਿਉਂਤਬੰਦੀ ਵਿੱਚ ਉਸ ਨੇ ਹਮਲੇ ਦਾ ਬਦਲਾ ਲੈਣਾ ਸੀ ਅਤੇ ਇਸ ਦੇ ਨਾਲ ਹੀ ਅਫਗਾਨਿਸਤਾਨ ਵਿੱਚ ਲੋਕਤੰਤਰੀ ਪ੍ਰਬੰਧ ਕਾਇਮ ਕਰਨਾ ਸੀ। ਡੈਂਡੀ 2 ਦਹਾਕਿਆਂ ਦੇ ਅਰਸੇ ਵਿੱਚ ਉਸ ਨੇ ਸਾਲ 2011 ਨੂੰ ਪਾਕਿਸਤਾਨ ਦੇ ਐਬਟਾਬਾਦ ਸ਼ਹਿਰ ਵਿੱਚ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਸੀ, ਪਰ ਇਸੇ ਹੀ ਅਰਸੇ ਵਿੱਚ ਤਾਲਿਬਾਨ ਨੇ ਪਾਕਿਸਤਾਨ ਅਤੇ ਕੁਝ ਅਰਬ ਮੁਲਕਾਂ ਦੀ ਮਦਦ ਨਾਲ ਆਪਣੀ ਹੋਂਦ ਨੂੰ ਮਜ਼ਬੂਤ ਕਰੀ ਰੱਖਿਆ। ਡੈਂਡੀ ਅਫੀਮ ਦੀ ਖੇਤੀ ਆਪਣੇ ਗਰੁੱਪਾਂ ਰਾਹੀਂ ਲੋਕਾਂ ਤੋਂ ਟੈਕਸਾਂ ਦੀ ਉਗਰਾਹੀ
ਅਤੇ ਵਿਦੇਸ਼ੀ ਮੁਲਕਾਂ ਦੀ ਮਦਦ ਨਾਲ ਤਾਲਿਬਾਨ ਨੇ ਹਜ਼ਾਰਾਂ ਹੀ ਜਿਹਾਦੀਆਂ ਨੂੰ ਆਪਣੇ ਨਾਲ ਜੋੜੀ ਰੱਖਿਆ। ਡੈਂਡੀ ਇਸ ਸਮੇਂ ਵਿੱਚ ਉਸ ਨੇ ਅਫਗਾਨਿਸਤਾਨ ਵਿੱਚ ਆਤਮਘਾਤੀ ਹਮਲੇ ਵੀ ਜਾਰੀ ਰੱਖੇ। ਡੈਂਡੀ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਅਫਗਾਨਿਸਤਾਨ ਵਿੱਚੋਂ ਆਪਣੀਆਂ ਫੌਜਾਂ ਕੱਢਣ ਦਾ ਐਲਾਨ ਕੀਤਾ ਸੀ। ਡੈਂਡੀ ਪਿਛਲੇ 2 ਸਾਲਾਂ ਤੋਂ ਅਮਰੀਕੀ ਸਰਕਾਰ ਅਤੇ ਤਾਲਿਬਾਨ ਦੀ ਸਮਝੌਤਾ ਗੱਲਬਾਤ ਵੀ ਚੱਲਦੀ ਰਹੀ, ਜਿਸ ਵਿੱਚ ਤਾਲਿਬਾਨ ਨੇ ਆਪਣੀਆਂ ਬਹੁਤੀਆਂ ਮੰਗਾਂ ਮਨਵਾ ਲਈਆਂ। ਡੈਂਡੀ ਅਮਰੀਕਾ ਅਸ਼ਰਫ ਗਨੀ ਦੀ ਸਰਕਾਰ ਅਧੀਨ ਅਫਗਾਨਿਸਤਾਨੀ ਫੌਜਾਂ ਨੂੰ ਲਗਾਤਾਰ ਵੱਡੀ ਸਿਖਲਾਈ ਵੀ ਦਿੰਦਾ ਰਿਹਾ। ਡੈਂਡੀ ਆਪਣੇ ਮੰਤਵ ਹੱਲ ਕਰਨ ਤੋਂ ਬਾਅਦ ਉਸ ਨੇ ਹੌਲੀ ਹੌਲੀ ਅਫਗਾਨਿਸਤਾਨ 'ਚੋਂ ਆਪਣੇ ਫੌਜੀ ਕੱਢਣੇ ਸ਼ੁਰੂ ਕਰ ਲਏ ਸਨ, ਪਰ ਜਦੋਂ ਹੀ ਉਸ ਨੇ ਸਮੁੱਚੇ ਰੂਪ ਵਿੱਚ ਆਪਣੀਆਂ ਫੌਜਾਂ ਕੱਢਣ ਦਾ ਐਲਾਨ ਕੀਤਾ, ਉਸ ਸਮੇਂ ਤੋਂ ਤਾਲਿਬਾਨ ਨੇ ਆਪਣੀਆਂ ਕਾਰਵਾਈਆਂ ਨੂੰ ਵਧਾ ਦਿੱਤਾ ਸੀ। ਡੈਂਡੀ ਅਖੀਰ ਰਾਸ਼ਟਰਪਤੀ ਜੋ ਬਾਈਡਨ ਨੇ ਅਫਗਾਨਿਸਤਾਨ ਨੂੰ ਉਸ ਦੇ ਰਹਿਮੋ ਕਰਮ 'ਤੇ ਛੱਡ ਕੇ ਆਪਣੀਆਂ ਫੌਜਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਡੈਂਡੀ ਅਫਗਾਨਿਸਤਾਨ ਸਰਕਾਰ ਬਾਰੇ ਇਹ ਅੰਦਾਜ਼ੇ ਜ਼ਰੂਰ ਲਗਾਏ ਜਾਂਦੇ ਰਹੇ ਸਨ ਕਿ ਉਹ ਇਸ ਅੱਤਵਾਦੀ ਸੰਗਠਨ ਦਾ ਪੂਰੀ ਤਰ੍ਹਾਂ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੈ, ਭਾਵੇਂ ਕਿ ਉਸ ਦੀ ਫੌਜ ਨੂੰ ਨਾਟੋ ਵੱਲੋਂ ਸਿਖਲਾਈ ਵੀ ਦਿੱਤੀ ਗਈ ਹੈ। ਡੈਂਡੀ ਉਹਨਾਂ ਨੂੰ ਆਧੁਨਿਕ ਹਥਿਆਰਾਂ ਨਾਲ ਵੀ ਲੈਸ ਕੀਤਾ ਗਿਆ ਹੈ। ਡੈਂਡੀ ਭਾਰਤ ਨੇ ਵੀ ਉੱਥੇ ਬੁਨਿਆਦੀ ਢਾਂਚੇ 'ਤੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਹਨ। ਡੈਂਡੀ ਉਹਨਾਂ ਨੂੰ ਕਈ ਮੁਲਕਾਂ ਤੋਂ ਵੱਡੀ ਆਰਥਿਕ ਮਦਦ ਵੀ ਮਿਲਦੀ ਰਹੀ ਹੈ, ਪਰ ਜਿਸ ਤਰ੍ਹਾਂ ਤਾਲਿਬਾਨ ਅੱਗੇ ਅਫਗਾਨ ਫੌਜਾਂ ਹਥਿਆਰ ਸੁੱਟਣ ਲਈ ਮਜਬੂਰ ਹੋਈਆਂ, ਉਸ ਘਟਨਾ ਨੂੰ ਦੇਖ ਕੇ ਹੈਰਾਨੀ ਜ਼ਰੂਰ ਹੁੰਦੀ ਹੈ। ਡੈਂਡੀ ਅੱਜ ਤਾਲਿਬਾਨ ਵੱਲੋਂ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ 'ਚ ਬੇਹੱਦ ਬੇਚੈਨੀ ਦਿਖਾਈ ਦੇ ਰਹੀ ਹੈ। ਡੈਂਡੀ ਚਾਹੇ ਇਸ ਬੇਚੈਨੀ ਨੂੰ ਦੇਖਦੇ ਹੋਏ ਹਾਲ ਦੀ ਘੜੀ ਸਰਕਾਰੀ ਮੁਲਾਜ਼ਮਾਂ ਨੂੰ ਆਮ ਮੁਆਫ਼ੀ ਦੇਣ ਅਤੇ ਕੰਮ 'ਤੇ ਪਰਤਣ ਲਈ ਕਿਹਾ ਹੈ, ਪਰ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਵੱਲੋਂ ਸਰਕਾਰ ਸ਼ਰੀਅਤ ਕਾਨੂੰਨਾਂ ਦੇ ਆਧਾਰ 'ਤੇ ਹੀ ਚਲਾਈ ਜਾਵੇਗੀ। ਡੈਂਡੀ ਇਸ ਵਾਰ ਫਰਕ ਇਹ ਪਿਆ ਹੈ ਕਿ ਚੀਨ ਅਤੇ ਰੂਸ ਵਰਗੇ ਦੇਸ਼ ਵੀ ਤਾਲਿਬਾਨ ਲਈ ਹੁੰਗਾਰਾ ਭਰਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਉਸ ਦੇ ਅਫਗਾਨਿਸਤਾਨ ਵਿੱਚ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਬਣੀ ਨਜ਼ਰ ਆਉਂਦੀ ਹੈ। ਡੈਂਡੀ ਬਿਨਾਂ ਸ਼ੱਕ ਭਾਰਤ ਲਈ ਬਦਲੀ ਇਹ ਸਥਿਤੀ ਬੇਹੱਦ ਚੁਣੌਤੀਆਂ ਭਰਪੂਰ ਸਾਬਤ ਹੋ ਸਕਦੀ ਹੈ। ਡੈਂਡੀ ਇਸ ਨੂੰ ਮੁੱਖ ਰੱਖਦਿਆਂ ਭਾਰਤ ਨੂੰ ਇਸ ਖਿੱਤੇ ਪ੍ਰਤੀ ਆਪਣੀਆਂ ਨਵੀਆਂ ਨੀਤੀਆਂ ਤਿਆਰ ਕਰਨ ਦੀ ਜ਼ਰੂਰਤ ਹੋਵੇਗੀ। ਡੈਂਡੀ ਪਿਛਲੇ ਕਾਫੀ ਦਿਨਾਂ ਤੋਂ ਜਵਾਹਰ ਲਾਲ ਨਹਿਰੂ ਦੀ ਆਤਮ ਕਥਾ ਫਿਰ ਤੋਂ ਪੜ੍ਹ ਰਿਹਾ ਸੀ। ਡੈਂਡੀ ਸਫ਼ਾ ਨੰਬਰ 265 'ਤੇ ਆ ਕੇ ਰੁਕ ਗਿਆ। ਡੈਂਡੀ ਜਿੱਥੇ ਨਹਿਰੂ ਜੀ ਗਾਂਧੀ ਬਾਰੇ ਗੱਲ ਕਰ ਰਹੇ ਸਨ ਅਤੇ ਗਾਂਧੀ ਦੀ ਵਿਆਖਿਆ ਕਰਦੇ ਕਰਦੇ ਉਹ ਸਮਝਾਉਂਦੇ ਹਨ ਕਿ ਦਰਅਸਲ ਗਾਂਧੀ ਦੀ ਨਜ਼ਰ ਵਿੱਚ ਲੋਕਤੰਤਰ ਕੀ ਹੈ। ਪ੍ਰਸ਼ਨ ਚਿੰਨ੍ਹ ਗਾਂਧੀ ਜੀ ਦੀ ਨਜ਼ਰ ਵਿੱਚ ਲੋਕਤੰਤਰ ਇੱਕ ਪ੍ਰਾਭੌਤਿਕ ਵਿਵਸਥਾ ਹੈ। ਡੈਂਡੀ ਸਧਾਰਨ ਭਾਸ਼ਾ ਵਿੱਚ ਬਹੁਮਤ
ਗਿਣਤੀ ਅਤੇ ਪ੍ਰਤੀਨਿਧਿਤਵ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਡੈਂਡੀ ਇਹ ਸੇਵਾ ਤੇ ਤਿਆਗ 'ਤੇ ਆਧਾਰਿਤ ਹੈ ਅਤੇ ਨੈਤਿਕ ਦਬਾਅ ਦਾ ਇਸਤੇਮਾਲ ਕਰਦਾ ਹੈ। ਡੈਂਡੀ ਜ਼ਾਹਿਰ ਹੈ ਕਿ ਗਾਂਧੀ ਦੇ ਲੋਕਤੰਤਰ ਨੂੰ ਦੇਖਣ ਦਾ ਨਜ਼ਰੀਆ ਪੱਛਮ ਦੀ ਭਾਵਨਾ ਤੋਂ ਵੱਖ ਸੀ। ਡੈਂਡੀ ਉਹ ਲੋਕਤੰਤਰ ਨੂੰ ਸਿਰਫ ਤਕਨੀਕੀ ਜਾਂ ਵਿਧਾਨਕ ਅੰਦਾਜ਼ ਨਾਲ ਨਹੀਂ ਦੇਖਦੇ ਸਨ। ਡੈਂਡੀ ਉਹਨਾਂ ਦੇ ਹਿਸਾਬ ਨਾਲ ਲੋਕਤੰਤਰ ਸਿਰਫ ਚੋਣਾਂ ਲੜਨ ਅਤੇ ਜਿੱਤਣ ਦਾ ਨਾਂ ਨਹੀਂ ਸੀ। ਡੈਂਡੀ ਉਹ ਸਿਰਫ ਬਹੁਮਤ ਹਾਸਲ ਕਰਨ ਨੂੰ ਹੀ ਆਪਣੀ ਨੈਤਿਕ ਜਿੱਤ ਨਹੀਂ ਮੰਨਦੇ ਸਨ। ਡੈਂਡੀ ਉਹਨਾਂ ਲਈ ਲੋਕਤੰਤਰ ਨੈਤਿਕ ਸਵਾਲ ਸੀ। ਡੈਂਡੀ ਪਹਿਰਾ ਨਹਿਰੂ ਨੇ ਗਾਂਧੀ ਜੀ ਦੀ ਧਾਰਨਾ ਦੀ ਵਿਆਖਿਆ ਕੀਤੀ ਹੈ। ਡੈਂਡੀ ਗਾਂਧੀ ਲਿਖਦੇ ਹਨ, ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਕਾਂਗਰਸ ਦਾ ਲੋਕਤਾਂਤਰਿਕ ਸਰੂਪ ਇਸ ਲਈ ਨਹੀਂ ਹੈ ਕਿ ਉਸ ਕੋਲ ਜ਼ਿਆਦਾ ਵਫਦ ਹਨ ਜਾਂ ਉਸ ਦੇ ਸਾਲਾਨਾ ਜਲਸਿਆਂ ਵਿੱਚ ਵਧੇਰੇ ਲੋਕ ਆਉਂਦੇ ਹਨ। ਡੈਂਡੀ ਕਾਂਗਰਸ ਇਸ ਲਈ ਲੋਕਤਾਂਤਰਿਕ ਹੈ ਕਿ ਉਹ ਲੋਕਾਂ ਦੀ ਖੂਬ ਸੇਵਾ ਕਰਦੀ ਹੈ। ਡੈਂਡੀ ਫਿਰ ਉਹ ਅੱਗੇ ਲਿਖਦੇ ਹਨ, ਪੱਛਮ ਦਾ ਲੋਕਤੰਤਰ ਕਸੌਟੀ 'ਤੇ ਹੈ। ਜੇਕਰ ਉਹ ਹੁਣ ਤੱਕ ਅਸਫਲ ਨਹੀਂ ਹੋਇਆ ਹੈ ਤਾਂ ਸ਼ਾਇਦ ਇਹ ਭਾਰਤ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਤੰਤਰ ਦੇ ਸਹੀ ਵਿਗਿਆਨ ਦਾ ਵਿਕਾਸ ਕਰੇ। ਡੈਂਡੀ ਸਪਸ਼ਟ ਹੈ ਕਿ ਗਾਂਧੀ ਨੂੰ ਲੋਕਤੰਤਰ ਦੀ ਪੱਛਮ ਦੀ ਧਾਰਨਾ ਤੋਂ ਨਿਰਾਸ਼ਾ ਸੀ। ਡੈਂਡੀ ਉਹ ਭਾਰਤ ਵਿੱਚ ਨਵੀਂ ਤਰ੍ਹਾਂ ਦੇ ਲੋਕਤੰਤਰ ਨੂੰ ਉੱਭਰਦੇ ਦੇਖਣਾ ਚਾਹੁੰਦੇ ਸਨ। ਡੈਂਡੀ ਉਹ ਲੋਕਤੰਤਰ ਜੋ ਨੈਤਿਕ ਕਦਰਾਂ ਕੀਮਤਾਂ 'ਤੇ ਆਧਾਰਿਤ ਹੋਵੇ, ਜਿਸ ਦੇ ਕੇਂਦਰ ਵਿੱਚ ਸਮਾਜ ਦੇ ਸਭ ਤੋਂ ਵਾਂਝੇ ਤੇ ਪਛੜੇ ਵਰਗ ਦਾ ਉਧਾਰ ਹੋਵੇ। ਡੈਂਡੀ ਉਹ ਜਾਣਦੇ ਸਨ ਕਿ ਅਜਿਹਾ ਥੋਪਣ ਨਾਲ ਨਹੀਂ ਹੋਵੇਗਾ। ਡੈਂਡੀ ਸਮਾਜ ਤੇ ਦੇਸ਼ ਜਦੋਂ ਸੇਵਾ ਤੇ ਤਿਆਗ ਦੀਆਂ ਕਦਰਾਂ ਕੀਮਤਾਂ ਦਾ ਏਕੀਕਰਨ ਕਰੇਗਾ ਤਾਂ ਸਹੀ ਮਾਇਨੇ ਵਿੱਚ ਲੋਕਤੰਤਰ ਸਥਾਪਿਤ ਹੋਵੇਗਾ। ਡੈਂਡੀ ਉਹਨਾਂ ਨੂੰ ਭਾਰਤ ਤੋਂ ਬਹੁਤ ਉਮੀਦ ਸੀ। ਡੈਂਡੀ ਉਹਨਾਂ ਨੂੰ ਸ਼ਾਇਦ ਇਹ ਅਹਿਸਾਸ ਸੀ ਕਿ ਭਾਰਤ ਅਧਿਆਤਮਕ ਸਮਾਜ ਹੈ ਜੋ ਅੱਖਾਂ ਬੰਦ ਕਰਕੇ ਸੱਤਾ ਅਤੇ ਪਦਾਰਥ ਦੀ ਦੌੜ ਵਿੱਚ ਸ਼ਾਮਲ ਨਹੀਂ ਹੈ। ਡੈਂਡੀ ਪਰ ਕੀ ਆਜ਼ਾਦੀ ਦੇ 74 ਸਾਲ ਤੋਂ ਬਾਅਦ ਭਾਰਤੀ ਲੋਕਤੰਤਰ ਗਾਂਧੀ ਦੀ ਕਸੌਟੀ 'ਤੇ ਖਰਾ ਉਤਰਿਆ ਹੈ? ਪ੍ਰਸ਼ਨ ਚਿੰਨ੍ਹ। ਕੀ ਭਾਰਤ ਲੋਕਤੰਤਰ ਦੇ ਉਸ ਵਿਗਿਆਨ ਨੂੰ ਵਿਕਸਿਤ ਕਰ ਸਕਿਆ ਹੈ ਜਿਸ ਦੀ ਕਾਮਨਾ ਗਾਂਧੀ ਨੇ ਕੀਤੀ ਸੀ? ਪ੍ਰਸ਼ਨ ਚਿੰਨ੍ਹ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ ਅਤੇ ਕਈ ਦਬਾਅ ਅਤੇ ਵਿਰੋਧਾਂ ਦੇ ਬਾਵਜੂਦ ਭਾਰਤ ਨੇ ਸੰਸਦੀ ਪ੍ਰਣਾਲੀਆਂ ਨੂੰ ਅਪਣਾਇਆ ਸੀ ਤਾਂ ਇਸ ਦੀ ਪ੍ਰਸ਼ੰਸਾ ਪੂਰੀ ਦੁਨੀਆ ਵਿੱਚ ਹੋਈ ਸੀ। ਡੈਂਡੀ ਪੱਛਮ ਦਾ ਇੱਕ ਵਰਗ ਅਜਿਹਾ ਵੀ ਸੀ ਜੋ ਆਸਾਨੀ ਨਾਲ ਇਹ ਮੰਨੀ ਬੈਠਾ ਸੀ ਕਿ ਭਾਰਤ ਵਿੱਚ ਜਿਸ ਤਰ੍ਹਾਂ ਦੀ ਵਿਭਿੰਨਤਾ ਹੈ ਉਸ ਨਾਲ ਭਾਰਤ ਵਿੱਚ ਲੋਕਤੰਤਰ ਲੰਮੇ ਸਮੇਂ ਤੱਕ ਬਚ ਨਹੀਂ ਸਕੇਗਾ। ਡੈਂਡੀ ਕੁਝ ਤਾਂ ਭਾਰਤ ਦੇ ਵੰਡੇ ਜਾਣ ਦਾ ਸੁਪਨਾ ਵੀ ਦੇਖ ਰਹੇ ਸਨ। ਡੈਂਡੀ ਪਰ ਭਾਰਤ ਅੱਜ ਵੀ ਲੋਕਤੰਤਰ ਹੈ ਅਤੇ ਸ਼ਾਇਦ ਅਜਿਹੇ ਲੋਕਾਂ ਨੂੰ ਭਾਰੀ ਨਿਰਾਸ਼ਾ ਵੀ ਹੋਈ ਹੋਵੇਗੀ, ਪਰ ਸਾਨੂੰ ਚਿੰਤਾ ਪੱਛਮ ਦੀ ਨਹੀਂ ਹੈ। ਡੈਂਡੀ
ਆਜ਼ਾਦੀ ਦੀ ਵਰ੍ਹੇਗੰਢ ਮੌਕੇ ਦੁੱਖ ਇਸ ਗੱਲ ਦਾ ਹੈ ਕਿ ਦੇਸ਼ ਗਾਂਧੀ ਦੇ ਸੁਪਨਿਆਂ ਤੋਂ ਬਹੁਤ ਪਿੱਛੇ ਰਹਿ ਗਿਆ ਹੈ। ਡੈਂਡੀ ਲੋਕਤੰਤਰ ਨੈਤਿਕ ਕਦਰਾਂ ਕੀਮਤਾਂ ਨਾ ਰਹਿ ਕੇ ਹਰ ਹੀਲੇ ਸੱਤਾ ਹਾਸਲ ਕਰਨ ਦਾ ਇੱਕ ਸਾਧਨ ਬਣ ਗਿਆ ਹੈ। ਡੈਂਡੀ ਨੈਤਿਕਤਾ ਦੀ ਗੱਲ ਹੁਣ ਮਜ਼ਾਕ ਦਾ ਵਿਸ਼ਾ ਬਣ ਗਈ ਹੈ ਅਤੇ ਅਜਿਹੇ ਲੋਕ ਸੱਤਾ ਦੇ ਸਿਖਰ 'ਤੇ ਪਹੁੰਚਦੇ ਹਨ ਜਿਨ੍ਹਾਂ ਲਈ ਲੋਕਤੰਤਰ ਸੱਤਾ ਹਾਸਲ ਕਰਨ ਦਾ ਇੱਕ ਰਸਤਾ ਹੈ। ਡੈਂਡੀ ਇੱਕ ਵਾਰ ਸਿਖਰ 'ਤੇ ਪਹੁੰਚਣ ਤੋਂ ਬਾਅਦ ਲੋਕਤੰਤਰ ਨੂੰ ਖਤਮ ਕਰਨਾ ਉਹਨਾਂ ਦੀ ਪਹਿਲੀ ਤਰਜੀਹ ਬਣ ਜਾਂਦੀ ਹੈ। ਡੈਂਡੀ ਨਹਿਰੂ ਦੇ ਜ਼ਮਾਨੇ ਵਿੱਚ ਨਾ ਸਿਰਫ ਲੋਕਤੰਤਰ ਜਿਉਂਦਾ ਸੀ ਸਗੋਂ ਇਹ ਕਹਿਣਾ ਵੀ ਬਿਹਤਰ ਹੋਵੇਗਾ ਕਿ ਜੇਕਰ ਅੱਜ ਵੀ ਭਾਰਤ ਵਿੱਚ ਲੋਕਤੰਤਰ ਹੈ ਤਾਂ ਇਸ ਵਿੱਚ ਉਹਨਾਂ ਦੀ ਵੱਡੀ ਭੂਮਿਕਾ ਹੈ। ਡੈਂਡੀ ਜੋ ਨੀਂਹ ਉਹਨਾਂ ਨੇ ਰੱਖੀ ਸੀ ਉਸ ਕਾਰਨ ਕਈ ਵਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਲੋਕਤੰਤਰ ਨੂੰ ਹੁਣ ਤੱਕ ਖਤਮ ਨਹੀਂ ਕੀਤਾ ਜਾ ਸਕਿਆ। ਡੈਂਡੀ ਪਰ ਉਹ ਅੱਗੇ ਖਤਮ ਨਹੀਂ ਹੋਵੇਗਾ। ਡੈਂਡੀ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ। ਡੈਂਡੀ ਇੰਦਰਾ ਗਾਂਧੀ ਆਪਣੇ ਪਿਤਾ ਵਰਗੀ ਨਹੀਂ ਸੀ। ਡੈਂਡੀ ਉਹਨਾਂ ਨੇ ਭਾਰਤ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਸਾਰੇ ਯਤਨ ਕੀਤੇ ਸਨ। ਡੈਂਡੀ ਉਹਨਾਂ ਦੇ ਸਮੇਂ ਵਿੱਚ ਕੈਬਨਿਟ ਸਿਸਟਮ ਖਤਮ ਹੋ ਗਿਆ। ਡੈਂਡੀ ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਡੈਂਡੀ ਸੰਸਥਾਵਾਂ ਨੇ ਗੋਡੇ ਟੇਕ ਦਿੱਤੇ ਸਨ ਅਤੇ ਅੰਤ ਵਿੱਚ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਐਮਰਜੈਂਸੀ ਐਲਾਨ ਲੋਕਾਂ ਦੇ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਡੈਂਡੀ ਪ੍ਰੈਸ ਦੀ ਆਜ਼ਾਦੀ ਵੀ ਖੋਹ ਲਈ ਗਈ। ਡੈਂਡੀ ਲੋਕਾਂ ਨੇ ਸਬਕ ਜ਼ਰੂਰ ਸਿਖਾਇਆ ਪਰ ਉਦੋਂ ਤੱਕ ਲੋਕਤੰਤਰਿਕ ਵਿਵਸਥਾ ਨੂੰ ਘੁਣ ਲੱਗ ਚੁੱਕਾ ਸੀ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਉਹ ਕਮਜ਼ੋਰ ਹੁੰਦੀ ਚਲੀ ਗਈ। ਡੈਂਡੀ ਅੱਜ ਦੇਸ਼ ਵਿੱਚ ਜੋ ਹਾਲਾਤ ਹਨ ਉਸ ਵਿੱਚ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਲੋਕਤੰਤਰ ਸੁਰੱਖਿਅਤ ਬਚੇਗਾ ਜਾਂ ਤਾਨਾਸ਼ਾਹੀ ਵਿੱਚ ਤਬਦੀਲ ਹੋ ਜਾਵੇਗਾ। ਪ੍ਰਸ਼ਨ ਚਿੰਨ੍ਹ। ਗਾਂਧੀ ਦੇ ਲੋਕਤੰਤਰ ਵਿੱਚ ਬਹੁਮਤ ਅਤੇ ਗਿਣਤੀ ਦਾ ਕੋਈ ਖਾਸ ਅਰਥ ਨਹੀਂ ਸੀ। ਡੈਂਡੀ ਉਸ ਨੇ ਨੈਤਿਕ ਸੱਤਾ ਦਾ ਜ਼ਰੀਆ ਬਣਨਾ ਸੀ ਪਰ ਅੱਜ ਸਭ ਕੁਝ ਉਸ ਦੇ ਉਲਟ ਹੋ ਰਿਹਾ ਹੈ। ਡੈਂਡੀ ਹਿੰਦੂਤਵ ਦੀ ਆੜ ਵਿੱਚ ਬਹੁਗਿਣਤੀਵਾਦ ਨੂੰ ਪੂਰੇ ਦੇਸ਼ 'ਤੇ ਥੋਪ ਦਿੱਤਾ ਗਿਆ ਹੈ। ਡੈਂਡੀ ਇਸ ਬਹੁਗਿਣਤੀਵਾਦ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ ਅਤੇ ਭਾਰਤ ਦੇ ਸਭ ਤੋਂ ਵੱਡੇ ਘੱਟ ਗਿਣਤੀ ਵਰਗ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਬਣਾਉਣ ਦੀ ਤਿਆਰੀ ਕਰ ਲਈ ਗਈ ਹੈ। ਡੈਂਡੀ ਗਾਂਧੀ ਪਿਆਰ ਅਤੇ ਦਇਆ ਦੀਆਂ ਗੱਲਾਂ ਕਰਦੇ ਸਨ। ਡੈਂਡੀ ਅੱਜ ਸਾਰੇ ਪਾਸੇ ਨਫ਼ਰਤ ਦਾ ਬੋਲਬਾਲਾ ਹੈ। ਡੈਂਡੀ ਸੱਤਾ ਦੀ ਸ਼ੈਅ 'ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡੈਂਡੀ ਕਦੇ ਭੀੜਤੰਤਰ ਦੀ ਖਬਰ ਆਉਂਦੀ ਹੈ ਕਦੇ ਲਵ ਜਿਹਾਦ ਦੇ ਨਾਂ 'ਤੇ ਉਹਨਾਂ 'ਤੇ ਅਤਿਆਚਾਰ ਕੀਤਾ ਜਾਂਦਾ ਹੈ ਅਤੇ ਜਦੋਂ ਉਹ ਨਾਗਰਿਕਤਾ ਕਾਨੂੰਨ ਦਾ ਗਾਂਧੀਵਾਦੀ ਤਰੀਕੇ ਨਾਲ ਵਿਰੋਧ ਕਰਦੇ ਹਨ ਤਾਂ ਉਹਨਾਂ 'ਤੇ ਕਹਿਰ ਢਾਇਆ ਜਾਂਦਾ ਹੈ। ਡੈਂਡੀ ਉਹਨਾਂ ਨੂੰ ਅੱਤਵਾਦੀ ਅਤੇ ਦੇਸ਼ ਧਰੋਹੀ ਕਰਾਰ ਦਿੱਤਾ ਜਾਂਦਾ ਹੈ। ਡੈਂਡੀ ਪਹਿਰਾ
ਇਹ ਬਹੁਗਿਣਤੀਵਾਦ ਦੇਸ਼ ਦੀਆਂ ਨਸਾਂ ਵਿੱਚ ਜ਼ਹਿਰ ਘੋਲ ਰਿਹਾ ਹੈ। ਡੈਂਡੀ ਇਸ ਨਾਲ ਨਫ਼ਰਤ ਦੀ ਅਜਿਹੀ ਫਸਲ ਉੱਗ ਰਹੀ ਹੈ ਜੋ ਇੱਕ ਦਿਨ ਦੇਸ਼ ਦੇ ਲੋਕਤੰਤਰ ਨੂੰ ਨਿਗਲ ਜਾਵੇਗੀ। ਡੈਂਡੀ ਅੱਜ ਕੁਝ ਲੋਕਾਂ ਨੂੰ ਇਹ ਗੱਲ ਚੁੱਭ ਸਕਦੀ ਹੈ, ਪਰ ਜਿਨ੍ਹਾਂ ਲੋਕਾਂ ਨੇ ਪਿਛਲੇ ਦਿਨੀਂ ਦਿੱਲੀ ਦੰਗਿਆਂ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦੀ ਭੂਮਿਕਾ ਦੇਖੀ ਹੈ, ਉਹਨਾਂ ਨੇ ਸਾਡੀਆਂ ਗੱਲਾਂ 'ਤੇ ਅਵਿਸ਼ਵਾਸ ਨਹੀਂ ਹੋਵੇਗਾ। ਡੈਂਡੀ ਪੁਲਿਸ ਨੇ ਪਹਿਲਾਂ ਦੰਗਾ ਹੋਣ ਦਿੱਤਾ ਅਤੇ ਬਾਅਦ ਵਿੱਚ ਚੁਣ ਚੁਣ ਕੇ ਸਿਰਫ ਇੱਕ ਵਰਗ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਅਤੇ ਜੋ ਵਕੀਲ ਇਸ ਵਰਗ ਦੀ ਮਦਦ ਕਰ ਰਹੇ ਸਨ ਉਹਨਾਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਗਏ। ਡੈਂਡੀ ਅਦਾਲਤਾਂ ਕਹਿ ਕੇ ਥੱਕ ਗਈਆਂ ਕਿ ਜਾਂਚ ਇੱਕ ਪਾਸੜ ਹੈ, ਪਰ ਪੁਲਿਸ ਦੇ ਕੰਨ 'ਤੇ ਜੂੰ ਨਹੀਂ ਸਰਕੀ। ਡੈਂਡੀ ਉਹਨਾਂ ਹਿੰਦੂ ਲੜਕਿਆਂ ਅਤੇ ਲੜਕੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਜਿਨ੍ਹਾਂ ਨੇ ਦੰਗਾ ਪੀੜਤਾਂ ਦਾ ਸਾਥ ਦਿੱਤਾ ਜਾਂ ਸ਼ਾਹੀਨ ਬਾਗ ਅੰਦੋਲਨ ਵਿੱਚ ਸ਼ਾਮਲ ਹੋਏ ਸਨ। ਡੈਂਡੀ ਦਿੱਲੀ ਹਾਈ ਕੋਰਟ ਨੇ ਫਟਕਾਰ ਲਗਾਈ। ਡੈਂਡੀ ਜ਼ਮਾਨਤ ਦਿੱਤੀ, ਪਰ ਉਦੋਂ ਤੱਕ ਉਹ 9 ਮਹੀਨੇ ਜੇਲ੍ਹ ਵਿੱਚ ਰਹਿ ਚੁੱਕੇ ਸਨ। ਡੈਂਡੀ ਹਾਥਰਸ ਵਿੱਚ ਦਲਿਤ ਲੜਕੀ ਨਾਲ ਜਬਰ ਜਨਾਹ ਦੀ ਰਿਪੋਰਟਿੰਗ ਕਰਨ ਜਾ ਰਹੇ ਸਦੀਕ ਕੰਪਨ ਪਿਛਲੇ 1 ਸਾਲ ਤੋਂ ਜੇਲ੍ਹ ਵਿੱਚ ਹੈ। ਡੈਂਡੀ ਇੰਦੌਰ ਵਿੱਚ ਕਾਮੇਡੀਅਨ ਅਤੇ ਉਸ ਦੇ ਸਾਥੀ ਨੂੰ ਇਸ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਕਿ ਉਹਨਾਂ ਨੂੰ ਸ਼ੰਕਾ ਸੀ ਕਿ ਉਹਨਾਂ ਦੇ ਪ੍ਰੋਗਰਾਮ ਨਾਲ ਫਿਰਕੂ ਭਾਵਨਾਵਾਂ ਭੜਕ ਸਕਦੀਆਂ ਹਨ ਅਤੇ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਕਰਨ ਵਿੱਚ ਅਣਗਹਿਲੀ ਵਰਤੀ ਗਈ। ਡੈਂਡੀ ਬਹੁਗਿਣਤੀਵਾਦ ਦੇ ਨਾਲ ਨਾਲ ਇੱਕ ਦੂਜੇ ਹਿੰਸਕ ਰੁਝਾਨ ਨੂੰ ਜਾਣ ਬੁੱਝ ਕੇ ਹਵਾ ਦਿੱਤੀ ਗਈ ਹੈ। ਡੈਂਡੀ ਹਿੰਦੂ ਵਰਗ ਵਿੱਚ ਜੋ ਪੜ੍ਹੇ ਲਿਖੇ ਲੋਕ ਹਨ ਜਾਂ ਉਹਨਾਂ ਦੀ ਵਿਚਾਰਧਾਰਾ ਨਹੀਂ ਮੰਨਦੇ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡੈਂਡੀ ਉਹਨਾਂ ਦੇ ਅਕਸ ਖਰਾਬ ਕੀਤੇ ਜਾ ਰਹੇ ਹਨ। ਡੈਂਡੀ ਉਹਨਾਂ ਨੂੰ ਟੁਕੜੇ ਗੈਂਗ ਕਹਿ ਕੇ ਦੇਸ਼ ਧਰੋਹੀ ਸਾਬਤ ਕੀਤਾ ਜਾ ਰਿਹਾ ਹੈ। ਡੈਂਡੀ ਲੈਫਟ ਲਿਬਰਲ ਦਾ ਨਾਂ ਦੇ ਕੇ ਉਹਨਾਂ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ। ਡੈਂਡੀ ਖੁਦ ਪ੍ਰਧਾਨ ਮੰਤਰੀ ਅਜਿਹੇ ਲੋਕਾਂ ਨੂੰ ਖਾਨ ਮਾਰਕੀਟ ਗੈਂਗ ਕਹਿ ਰਹੇ ਹਨ। ਡੈਂਡੀ ਦੇਸ਼ ਵਿੱਚ ਹੋਣ ਵਾਲੇ ਹਰ ਲੋਕਤਾਂਤਰਿਕ ਅੰਦੋਲਨ ਨੂੰ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ। ਡੈਂਡੀ ਦਿਸ਼ਾ ਰਵੀ ਵਰਗੇ ਨੌਜਵਾਨਾਂ ਨੂੰ ਦੇਸ਼ ਧਰੋਹ ਦੇ ਦੋਸ਼ ਵਿੱਚ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਹੈ। ਡੈਂਡੀ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੈ ਤੇ ਸ਼ਾਹੀਨ ਬਾਗ ਦੇ ਅੰਦੋਲਨ ਨੂੰ ਮੁਸਲਿਮ ਅੱਤਵਾਦ ਦੱਸਿਆ ਗਿਆ ਹੈ। ਡੈਂਡੀ ਅੰਨਾ ਅੰਦੋਲਨ ਦੀ ਪਿੱਠ 'ਤੇ ਸਵਾਰ ਹੋ ਕੇ ਸਰਕਾਰ ਬਣੀ ਹੈ। ਡੈਂਡੀ ਉਸ ਨੂੰ ਅੰਦੋਲਨਾਂ ਤੋਂ ਇਸ ਕਦਰ ਨਫ਼ਰਤ ਹੈ ਕਿ ਅੰਨ੍ਹੇਵਾਹ ਰਾਜ ਧਰੋਹ ਕਾਨੂੰਨ ਦੀ ਵਰਤੋਂ ਕਰਕੇ ਵਿਰੋਧੀਆਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਡੈਂਡੀ ਅਜਿਹਾ ਲੱਗਦਾ ਹੈ ਕਿ ਮੌਜੂਦਾ ਵਿਵਸਥਾ ਨੂੰ ਪੜ੍ਹੇ ਲਿਖੇ ਲੋਕਾਂ ਤੋਂ ਨਫ਼ਰਤ ਹੈ। ਡੈਂਡੀ ਹਾਰਵਰਡ ਵਰਗੀ ਯੂਨੀਵਰਸਿਟੀ ਦਾ ਮਜ਼ਾਕ ਉਡਾਇਆ ਜਾਂਦਾ ਹੈ। ਡੈਂਡੀ
JNU ਅਤੇ ਜਾਮੀਆ ਵਰਗੀਆਂ ਪ੍ਰਸਿੱਧ ਯੂਨੀਵਰਸਿਟੀਆਂ ਨੂੰ ਦੇਸ਼ ਧਰੋਹੀਆਂ ਦਾ ਅੱਡਾ ਦੱਸਿਆ ਗਿਆ। ਡੈਂਡੀ ਉਹਨਾਂ ਨੂੰ ਤਬਾਹ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਹੁੰਦੀਆਂ ਹਨ। ਡੈਂਡੀ ਸਿੱਖਿਅਕ ਸੰਸਥਾਵਾਂ ਵਿੱਚ ਵਿਚਾਰਾਂ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਪਾਬੰਦੀ ਹੈ। ਡੈਂਡੀ ਸਰਕਾਰੀ ਵਿਚਾਰਧਾਰਾਵਾਂ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਵਿਚਾਰਾਂ ਦੀ ਇਜਾਜ਼ਤ ਨਹੀਂ ਹੈ। ਡੈਂਡੀ ਇਸ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਸੱਤਾ ਦੇ ਨਾਲ ਹੈ ਅਤੇ ਇਹ ਸਭ ਕੁਝ ਹਿੰਦੂਤਵ ਦੇ ਨਾਂ 'ਤੇ ਹੋ ਰਿਹਾ ਹੈ, ਜਿਸ ਦੀ ਦੁਹਾਈ ਦਿੰਦੇ ਸਮੇਂ ਇਹ ਕਿਹਾ ਜਾਂਦਾ ਹੈ ਕਿ ਹਿੰਦੂ ਪਰੰਪਰਾ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਦੀ ਹੈ। ਡੈਂਡੀ ਇਹ ਬੌਧਿਕਤਾ ਵਿਰੋਧੀ ਮਾਹੌਲ ਦੇਸ਼ ਨੂੰ ਬੁੱਧੀ ਅਤੇ ਵਿਵੇਕ ਤੋਂ ਦੂਰ ਲੈ ਜਾਵੇਗਾ ਅਤੇ ਫਿਰ ਜਿਸ ਦੇਸ਼ ਵਿੱਚ ਧਾਰਮਿਕ ਬਹਿਸਾਂ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਸੀ, ਉੱਥੇ ਡੰਡੇ ਅਤੇ ਗੁੰਡਿਆਂ ਦੇ ਜ਼ੋਰ 'ਤੇ ਬੌਧਿਕ ਸਵਾਲਾਂ ਦਾ ਹੱਲ ਕੀਤਾ ਜਾਵੇਗਾ। ਅਜਿਹੇ ਵਿੱਚ ਨਤੀਜਿਆਂ ਦੀ ਕਲਪਨਾ ਸੌਖਿਆਂ ਹੀ ਕੀਤੀ ਜਾ ਸਕਦੀ ਹੈ। ਡੈਂਡੀ ਸਵਾਲ ਬਹੁਤ ਹਨ, ਚੁਣੌਤੀਆਂ ਦਾ ਢੇਰ ਲੱਗਾ ਹੋਇਆ ਹੈ। ਡੈਂਡੀ ਸੰਸਥਾਵਾਂ ਦਾ ਲੱਕ ਤੋੜ ਦਿੱਤਾ ਗਿਆ ਹੈ। ਡੈਂਡੀ ਨਿਆਂਪਾਲਿਕਾ ਹੋਵੇ ਜਾਂ ਚੋਣ ਕਮਿਸ਼ਨ ਅਤੇ ਫਿਰ ਅਫਸਰਸ਼ਾਹੀ ਜਾਂ ਪ੍ਰੈਸ, ਸਭ ਸਜ਼ਾ ਦੇ ਭਾਗੀ ਹਨ। ਡੈਂਡੀ ਸਰਕਾਰ ਤੋਂ ਵੱਖ ਹੋ ਜਾਣ ਦਾ ਅਰਥ ਹੈ ਜਾਂਚ ਏਜੰਸੀਆਂ ਦੇ ਗੁੱਸੇ ਨੂੰ ਝੱਲਣਾ ਅਤੇ ਅਦਾਲਤਾਂ ਦੇ ਚੱਕਰ ਕੱਟਣਾ। ਡੈਂਡੀ ਹਰ ਹਾਲ ਵਿੱਚ ਜਦੋਂ ਸੱਤਾ ਹਾਸਲ ਕਰਨਾ ਜ਼ਰੂਰੀ ਬਣ ਜਾਂਦਾ ਹੈ, ਉਦੋਂ ਅਜਿਹੇ ਹਾਲਾਤ ਹੁੰਦੇ ਹਨ। ਡੈਂਡੀ ਹਰ ਹਾਲ ਵਿੱਚ ਚੋਣ ਜਿੱਤਣੀ ਹੈ ਅਤੇ ਉਸ ਲਈ ਸਾਰੀਆਂ ਕਦਰਾਂ ਕੀਮਤਾਂ ਨੂੰ ਪਾਸੇ ਰੱਖ ਦਿੱਤਾ ਜਾਂਦਾ ਹੈ। ਡੈਂਡੀ ਇਹ ਸੋਚ ਦੇਸ਼ ਨੂੰ ਗਾਂਧੀ ਦੇ ਰਸਤੇ ਤੋਂ ਬਹੁਤ ਦੂਰ ਲੈ ਆਈ ਹੈ। ਡੈਂਡੀ ਅੱਜ ਗਾਂਧੀ ਜਿਉਂਦੇ ਹਨ ਤਾਂ ਉਹ ਨਿਸ਼ਚਿਤ ਤੌਰ 'ਤੇ ਸੱਤਿਆਗ੍ਰਹਿ ਅੰਦੋਲਨ ਛੇੜ ਦਿੰਦੇ। ਡੈਂਡੀ ਦੁੱਖ ਇਹ ਨਹੀਂ ਕਿ ਗਾਂਧੀ ਨਹੀਂ ਹਨ, ਡੈਂਡੀ ਦੁੱਖ ਇਸ ਗੱਲ ਦਾ ਹੈ ਕਿ ਉਹਨਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਨੇ ਵੀ ਸਮਰਪਣ ਕਰ ਦਿੱਤਾ ਹੈ। ਡੈਂਡੀ ਅਜਿਹੇ ਵਿੱਚ ਆਜ਼ਾਦੀ ਦਿਵਸ ਦੇ ਇਸ ਮੌਕੇ 'ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਲੋਕਤੰਤਰ ਸੁਰੱਖਿਅਤ ਹੈ ਅਤੇ ਉਸ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਡੈਂਡੀ ਇੰਦਰਾ ਗਾਂਧੀ ਦੇ ਝਟਕੇ ਤੋਂ ਤਾਂ ਦੇਸ਼ ਉੱਭਰ ਗਿਆ ਸੀ, ਇਸ ਝਟਕੇ ਤੋਂ ਦੇਸ਼ ਉੱਭਰ ਸਕੇਗਾ, ਅਜਿਹਾ ਵਿਸ਼ਵਾਸ ਕਰਨਾ ਮੁਸ਼ਕਲ ਹੈ। ਡੈਂਡੀ ਸਿੱਖ ਵਿਦਵਾਨ ਵਜੋਂ ਸਿੱਖ ਇਤਿਹਾਸ ਅਤੇ ਗੁਰਮਤਿ ਸਾਹਿਤ ਦੀ ਰਚਨਾ ਲਈ ਇੱਕ ਸ਼ਰਧਾਲੂ ਸਿੱਖ ਵਜੋਂ ਜਿਹੜੀ ਮਾਣ ਵਡਿਆਈ ਪ੍ਰਿੰਸੀਪਲ ਸਤਬੀਰ ਸਿੰਘ ਦੇ ਹਿੱਸੇ ਆਈ ਹੈ, ਇਹ ਗੁਣ ਅਜੋਕੇ ਇਤਿਹਾਸਕਾਰਾਂ ਵਿੱਚ ਵਿਰਲਿਆਂ ਕੋਲ ਹੀ ਹੋਵੇਗਾ। ਡੈਂਡੀ ਉਹਨਾਂ ਇੱਕ ਸ਼ਰਧਾਵਾਨ ਸਿੱਖ ਵਜੋਂ ਸਿੱਖ ਇਤਿਹਾਸ ਨੂੰ ਵਾਚਿਆ ਅਤੇ ਉਹਨਾਂ ਦੀ ਲੇਖਣੀ ਵਿੱਚੋਂ ਵੀ ਇਸ ਗੱਲ ਦੀ ਝਲਕ ਪ੍ਰਤੱਖ ਨਜ਼ਰ ਆਉਂਦੀ ਹੈ। ਡੈਂਡੀ ਸ਼ਾਇਦ ਇਸੇ ਕਰਕੇ ਪੰਥ ਰਤਨ ਸੱਚਖੰਡ ਵਾਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਿੰਸੀਪਲ ਸਾਹਿਬ ਨੂੰ ਅਥਾਹ ਪਿਆਰ ਕਰਦੇ ਸਨ। ਡੈਂਡੀ ਇਸ ਆਧੁਨਿਕ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਦਾ ਜਨਮ 1 ਮਾਰਚ 1932 ਈਸਵੀ ਨੂੰ ਭਾਈ ਹਰਨਾਮ ਸਿੰਘ ਦੇ ਘਰ ਬੀਬੀ ਰਣਜੀਤ ਕੌਰ ਦੀ ਕੁੱਖ ਤੋਂ ਜੇਹਲਮ, ਪੱਛਮੀ ਪੰਜਾਬ, ਪਾਕਿਸਤਾਨ ਵਿੱਚ ਹੋਇਆ। ਡੈਂਡੀ ਦੇਸ਼ ਦੇ ਬਟਵਾਰੇ ਤੋਂ ਪਿੱਛੋਂ ਉਹ ਆਪਣੇ
ਪਰਿਵਾਰ ਸਮੇਤ ਕਾਨਪੁਰ ਉੱਤਰ ਪ੍ਰਦੇਸ਼ ਵਿੱਚ ਆ ਵਸੇ। ਡੈਂਡੀ ਪੰਜਾਬੀ ਯੂਨੀਵਰਸਿਟੀ ਤੋਂ MA ਇਤਿਹਾਸ ਕਰਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਬਤੌਰ ਲੈਕਚਰਾਰ ਸੇਵਾ ਸ਼ੁਰੂ ਕੀਤੀ। ਡੈਂਡੀ ਉਹ ਗੁਰਮਤਿ ਸਾਹਿਤ ਅਤੇ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਰੁਚੀ ਲੈਂਦੇ ਸਨ। ਡੈਂਡੀ ਇਹਨਾਂ ਦੋਵਾਂ ਵਿਸ਼ਿਆਂ ਦਾ ਉਹਨਾਂ ਬੜਾ ਡੂੰਘਾ ਅਧਿਐਨ ਕੀਤਾ। ਡੈਂਡੀ ਸਭ ਤੋਂ ਪਹਿਲਾਂ 1957 ਈਸਵੀ ਵਿੱਚ ਸਾਡਾ ਇਤਿਹਾਸ ਪਹਿਲਾ ਭਾਗ 10 ਗੁਰੂ ਸਾਹਿਬਾਨ ਤੱਕ ਅਤੇ 1962 ਈਸਵੀ ਵਿੱਚ ਦੂਜਾ ਭਾਗ ਬੰਦਾ ਸਿੰਘ ਬਹਾਦਰ ਤੋਂ ਪਿੱਛੋਂ ਪ੍ਰਕਾਸ਼ਿਤ ਕੀਤੇ। ਡੈਂਡੀ ਇਸ ਤੋਂ ਪਿੱਛੋਂ ਗੁਰਮਤਿ ਸਾਹਿਤ ਅਤੇ ਹੋਰ ਅਨੇਕਾਂ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ। ਡੈਂਡੀ ਪ੍ਰਿੰਸੀਪਲ ਸਤਬੀਰ ਸਿੰਘ ਨੇ 62 ਵਰ੍ਹਿਆਂ ਦੀ ਉਮਰ ਤੱਕ ਪੰਜਾਬੀ ਅਤੇ ਅੰਗਰੇਜ਼ੀ ਪੁਸਤਕਾਂ, ਜਿਨ੍ਹਾਂ ਦੀ ਗਿਣਤੀ 6 ਦਰਜਨਾਂ ਤੋਂ ਵੱਧ ਬਣਦੀ ਹੈ, ਆਪਣੇ ਪਾਠਕਾਂ ਦੀ ਝੋਲੀ ਪਾਈਆਂ। ਡੈਂਡੀ ਇਹਨਾਂ ਸਾਰੀਆਂ ਪੁਸਤਕਾਂ ਦੇ ਵਿਸ਼ੇ ਗੁਰਬਾਣੀ ਦੀ ਵਿਆਖਿਆ, ਗੁਰ ਇਤਿਹਾਸ, ਸਿੱਖ ਰਹਿਤ ਮਰਿਆਦਾ ਅਤੇ ਸ਼੍ਰੋਮਣੀ ਸਿੱਖ ਸ਼ਖਸੀਅਤਾਂ ਦੇ ਜੀਵਨ ਹਨ। ਡੈਂਡੀ ਪ੍ਰਿੰਸੀਪਲ ਸਤਬੀਰ ਸਿੰਘ ਦਾ ਸਭ ਤੋਂ ਵੱਡਾ ਗੁਰਮਤਿ ਸਾਹਿਤ ਦਾ ਕਾਰਜ 10 ਗੁਰੂ ਸਾਹਿਬਾਨ ਦੀਆਂ ਜੀਵਨੀਆਂ ਨੂੰ 10 ਵੱਖ-ਵੱਖ ਪੁਸਤਕਾਂ ਵਿੱਚ ਪ੍ਰਕਾਸ਼ਿਤ ਕਰਕੇ ਪਾਠਕਾਂ ਨੂੰ ਭੇਟ ਕਰਨਾ ਹੈ। ਡੈਂਡੀ ਇਹ ਸਾਰੀਆਂ 10 ਪੁਸਤਕਾਂ, ਜਿਹੜੀਆਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਤੱਕ ਸਾਰੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਨੂੰ ਬਾਖੂਬੀ ਬਿਆਨ ਕਰਦੀਆਂ ਹਨ। ਸੰਪੂਰਨ ਹੋਣ ਤੋਂ ਪਿੱਛੋਂ ਉਹਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਠਕਾਂ ਨੂੰ ਜਾਰੀ ਕੀਤੀਆਂ। ਡੈਂਡੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡਣ ਪਿੱਛੋਂ ਤਾਲਿਬਾਨ ਫੌਜਾਂ ਅਫਗਾਨਿਸਤਾਨ 'ਤੇ ਕਾਬਜ਼ ਹੋ ਗਈਆਂ ਹਨ ਅਤੇ ਮੁੱਲਾ ਅਬਦੁਲ ਗਨੀ ਬਰਾਦਰ ਦੇ ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਬਣਨ ਦੀਆਂ ਸੰਭਾਵਨਾਵਾਂ ਹਨ। ਡੈਂਡੀ ਤਾਲਿਬਾਨ ਦੇ ਕਾਬੁਲ 'ਤੇ ਕਾਬਜ਼ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਅਤੇ ਭੱਜ ਦੌੜ ਵਾਲਾ ਮਾਹੌਲ ਹੈ। ਡੈਂਡੀ ਸਾਰੇ ਦੇਸ਼ਾਂ ਦੇ ਸਫਾਰਤੀ ਅਮਲੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਡੈਂਡੀ ਭਾਰਤ ਵੀ ਆਪਣਾ ਸਫਾਰਤੀ ਅਮਲਾ ਅਤੇ ਇੰਡੋ ਤਿੱਬਤੀਅਨ ਬਾਰਡਰ ਫੋਰਸ ਦੇ ਜਵਾਨਾਂ ਨੂੰ ਏਅਰ ਫੋਰਸ ਦੇ ਜਹਾਜ਼ ਰਾਹੀਂ ਲਿਆਉਣ ਵਿੱਚ ਸਫਲ ਰਿਹਾ ਹੈ। ਡੈਂਡੀ ਇਸੇ ਦੌਰਾਨ ਕਾਬੁਲ ਵਿੱਚ ਸ਼ਰਨ ਲੈ ਕੇ ਬੈਠੇ 200 ਸਿੱਖਾਂ ਅਤੇ ਹਿੰਦੂਆਂ ਨੇ ਵੀ ਭਾਰਤ ਸਰਕਾਰ ਤੋਂ ਉਹਨਾਂ ਨੂੰ ਉੱਥੋਂ ਕੱਢਣ ਦੀ ਮੰਗ ਕੀਤੀ ਹੈ। ਡੈਂਡੀ ਇਸ ਘਟਨਾਕ੍ਰਮ ਦੇ ਭਾਰਤ ਉੱਤੇ ਹੋਰ ਕੀ ਅਸਰ ਹੋ ਸਕਦੇ ਹਨ, ਇਹ ਵਿਚਾਰਨ ਦੀ ਲੋੜ ਹੈ। ਡੈਂਡੀ ਇਸੇ ਦੌਰਾਨ ਤਾਲਿਬਾਨ ਨੇ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਕੰਮ 'ਤੇ ਵਾਪਸ ਆਉਣ 'ਤੇ ਸਭ ਨੂੰ ਮੁਆਫ਼ੀ ਦੇਣ ਦਾ ਐਲਾਨ ਕੀਤਾ ਹੈ। ਡੈਂਡੀ ਹਿੰਦੂ ਅਤੇ ਸਿੱਖ ਘੱਟ ਗਿਣਤੀਆਂ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਚੇਤਾਵਨੀ ਦਿੱਤੀ ਸੀ ਕਿ ਅਫਗਾਨਿਸਤਾਨ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਦੀਆਂ ਜਾਨਾਂ ਖਤਰੇ ਵਿੱਚ ਪੈ ਸਕਦੀਆਂ ਹਨ ਅਤੇ ਭਾਰਤ ਸਰਕਾਰ ਨੂੰ ਦਖਲ ਦੇ ਕੇ ਸਿੱਖਾਂ ਅਤੇ ਹਿੰਦੂਆਂ ਨੂੰ ਉੱਥੋਂ ਕੱਢਣਾ ਚਾਹੀਦਾ ਹੈ। ਡੈਂਡੀ ਤਾਲਿਬਾਨ ਵੱਲੋਂ ਪੂਰਬੀ ਅਫਗਾਨਿਸਤਾਨ ਦੇ ਪਖਤਿਆਂ ਪ੍ਰਾਂਤ ਦੇ ਚਾਮਨੀ
ਠੀਕ ਹੈ। ਚਮਕਾਨੀ ਇਲਾਕੇ ਦੇ ਇੱਕ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰੋਂ ਨਿਸ਼ਾਨ ਸਾਹਿਬ ਹਟਾਉਣ ਦੀਆਂ ਕੁਝ ਦਿਨ ਪਹਿਲਾਂ ਖਬਰਾਂ ਆਈਆਂ ਸਨ, ਜਿਨ੍ਹਾਂ ਨੂੰ ਤਾਲਿਬਾਨ ਨੇ ਨਕਾਰ ਦਿੱਤਾ ਸੀ। ਡੰਡੀ ਗੁਰਦੁਆਰਾ ਥਾਲਾ ਸਾਹਿਬ ਇਤਿਹਾਸਕ ਮਹੱਤਤਾ ਰੱਖਦਾ ਹੈ, ਕਿਉਂਕਿ ਇਸ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਡੰਡੀ ਤਾਲਿਬਾਨ ਦਾ ਅਫਗਾਨਿਸਤਾਨ 'ਤੇ ਕਬਜ਼ਾ ਹੋਣ ਕਾਰਨ ਉੱਥੇ ਘੱਟ ਗਿਣਤੀਆਂ 'ਚ ਦਹਿਸ਼ਤ ਹੈ, ਜਿਨ੍ਹਾਂ ਵਿੱਚ ਸਿੱਖ ਅਤੇ ਹਿੰਦੂ ਵੀ ਸ਼ਾਮਲ ਹਨ। ਡੰਡੀ ਸਿੱਖ ਅਤੇ ਹਿੰਦੂ ਪਰਿਵਾਰ ਬੁੱਧਵਾਰ ਨੂੰ ਗਜ਼ਨੀ ਤੋਂ ਕਾਬੁਲ ਭੱਜ ਗਏ। ਡੰਡੀ 3 ਪਰਿਵਾਰਾਂ ਵਿੱਚ 2 ਸਿੱਖ ਪਰਿਵਾਰ ਸੂਰਬੀਰ ਸਿੰਘ, ਉਸ ਦੀ ਪਤਨੀ ਅਤੇ 2 ਧੀਆਂ, ਅਤੇ ਅਰਜੀਤ ਸਿੰਘ, ਉਸ ਦੀ ਪਤਨੀ ਅਤੇ ਧੀ, ਅਤੇ 2 ਵਿਅਕਤੀ ਇੱਕ ਵਿਆਹੁਤਾ ਜੋੜਾ ਹਿੰਦੂ ਭਾਈਚਾਰੇ ਦੇ ਹਨ। ਡੰਡੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪਤਾ ਸੀ ਕਿ ਤਾਲਿਬਾਨ ਗਜ਼ਨੀ ਸ਼ਹਿਰ ਉੱਤੇ ਕਬਜ਼ਾ ਕਰਨ ਵਾਲੇ ਹਨ, ਇਸ ਲਈ ਅਸੀਂ ਸਭ ਕੁਝ ਛੱਡ ਕੇ ਆਪਣੀ ਜਾਨ ਬਚਾਉਣ ਲਈ ਕਾਬੁਲ ਆ ਗਏ। ਡੰਡੀ ਇਹ ਡਰਾਉਣਾ ਸੁਪਨਾ ਉਦੋਂ ਸੱਚ ਹੋ ਗਿਆ ਜਦੋਂ ਕਾਬੁਲ ਸ਼ਹਿਰ 'ਤੇ ਵੀ ਤਾਲਿਬਾਨ ਫੌਜਾਂ ਦੇ ਕਬਜ਼ੇ ਦੀ ਖਬਰ ਸਾਹਮਣੇ ਆਈ। ਡੰਡੀ ਕਾਬੁਲ ਵਿੱਚ ਸਥਿਤੀ ਵਿਗੜ ਗਈ ਹੈ। ਕਾਬੁਲ ਹਵਾਈ ਅੱਡੇ 'ਤੇ 10,000 ਲੋਕ ਜਮ੍ਹਾਂ ਹੋ ਗਏ ਹਨ। ਲੋਕ ਕਿਸੇ ਨਾ ਕਿਸੇ ਢੰਗ ਨਾਲ ਉੱਥੋਂ ਬਾਹਰ ਨਿਕਲਣਾ ਚਾਹੁੰਦੇ ਹਨ। ਡੰਡੀ ਗਜ਼ਨੀ ਵਿੱਚ ਗੁਰਦੁਆਰਿਆਂ ਦੀ ਤਬਾਹੀ ਅਤੇ ਬੇਅਦਬੀ ਦੇ ਵੱਧਦੇ ਡਰ ਨੇ ਸਿੱਖਾਂ ਨੂੰ ਜਲਾਲਾਬਾਦ ਅਤੇ ਗਜ਼ਨੀ ਤੋਂ ਕਾਬੁਲ ਤੱਕ ਗੁਰਦੁਆਰਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਟਾਉਣ ਲਈ ਮਜਬੂਰ ਕਰ ਦਿੱਤਾ ਹੈ। ਡੰਡੀ ਮਨੁੱਖੀ ਸਹਾਇਤਾ ਦੇ ਅੰਤਰਰਾਸ਼ਟਰੀ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਅਸੀਂ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਕਰਨ ਵਿੱਚ ਅਸਮਰੱਥ ਮਹਿਸੂਸ ਕਰਦੇ ਹਾਂ। ਡੰਡੀ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੂੰ ਚਿੱਠੀ ਲਿਖੀ ਹੈ। ਡੰਡੀ ਅਸੀਂ ਕੈਨੇਡਾ ਦੇ ਸ਼ਰਨਾਰਥੀ, ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਮਾਰਕੋ ਮੈਂਡੀਸਿਨੋ ਨੂੰ ਵੀ ਪੱਤਰ ਲਿਖਿਆ ਹੈ। ਡੰਡੀ ਅਸੀਂ ਆਸਟ੍ਰੇਲੀਆ ਵਿੱਚ ਸੰਸਦ ਮੈਂਬਰਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ। ਡੰਡੀ ਵਿਸ਼ਵ ਭਾਈਚਾਰੇ ਨੂੰ ਅੱਗੇ ਆਉਣ ਅਤੇ ਸਹਾਇਤਾ ਕਰਨ ਦੀ ਸਖਤ ਜ਼ਰੂਰਤ ਹੈ। ਡੰਡੀ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਦੇ ਵੱਡੇ ਸ਼ਹਿਰਾਂ ਵਿੱਚ ਹਾਲ ਹੀ ਵਿੱਚ ਹੋਏ ਹਮਲਿਆਂ ਨੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਡੰਡੀ ਅਸੀਂ ਆਪਣੇ ਲਈ ਵੀ ਡਰਦੇ ਹਾਂ, ਪਰ ਅਸੀਂ ਉਹਨਾਂ ਬੱਚਿਆਂ ਬਾਰੇ ਵਧੇਰੇ ਚਿੰਤਤ ਹਾਂ ਜੋ ਕਾਬੁਲ ਅਤੇ ਜਲਾਲਾਬਾਦ ਵਿੱਚ ਪਰਿਵਾਰਾਂ ਦੇ ਨਾਲ ਹਨ। ਡੰਡੀ ਉਹਨਾਂ ਦਾ ਕੀ ਹੋਵੇਗਾ? ਉਹਨਾਂ ਅੱਗੇ ਕਿਹਾ ਕਿ ਅਸੀਂ ਕੈਨੇਡੀਅਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਹਿੰਦੂ ਅਤੇ ਸਿੱਖ ਘੱਟ ਗਿਣਤੀਆਂ ਦੇ ਬਾਕੀ ਮੈਂਬਰਾਂ ਨੂੰ ਤੁਰੰਤ ਬਾਹਰ ਕੱਢਿਆ ਜਾਵੇ। ਡੰਡੀ ਅਸੀਂ ਕਿਸੇ ਵੀ ਸਮੇਂ ਸਭ ਕੁਝ ਪਿੱਛੇ ਛੱਡਣ ਲਈ ਤਿਆਰ ਹਾਂ। ਡੰਡੀ ਉੱਧਰ ਜਲਾਲਾਬਾਦ ਵਿੱਚੋਂ 2 ਧਾਰਮਿਕ ਘੱਟ ਗਿਣਤੀਆਂ ਦੇ ਸਿਰਫ 15-16 ਪਰਿਵਾਰ ਹੀ ਅਫਗਾਨਿਸਤਾਨ ਵਿੱਚ ਰਹਿੰਦੇ ਹਨ। ਡੰਡੀ ਉਹ ਭੱਜਣ ਦਾ ਰਸਤਾ ਲੱਭ ਰਹੇ ਹਨ ਅਤੇ ਤੁਰੰਤ ਨਿਕਾਸੀ ਦੀ ਮੰਗ ਕਰ ਰਹੇ ਹਨ। ਡੰਡੀ ਭਾਰਤੀ ਪ੍ਰੋਜੈਕਟਾਂ 'ਤੇ ਪ੍ਰਭਾਵ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਾਲਿਬਾਨ
ISI ਦੇ ਦਿਮਾਗ ਦੀ ਉਪਜ ਹੈ ਅਤੇ ਉਹਨਾਂ ਨੂੰ ਪਾਕਿਸਤਾਨੀ ਫੌਜ ਦੁਆਰਾ ਅਫਗਾਨਿਸਤਾਨ 'ਤੇ ਰਾਜ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਪਾਕਿਸਤਾਨ ਨਿਸ਼ਚਿਤ ਰੂਪ ਵਿੱਚ ਤਾਲਿਬਾਨ 'ਤੇ ਆਪਣੀ ਫੌਜੀ ਅਤੇ ਰਾਜਨੀਤਿਕ ਪਕੜ ਬਣਾ ਕੇ ਰੱਖਣਾ ਚਾਹੇਗਾ ਜਦੋਂ ਕਿ ਉਹ ਤਾਲਿਬਾਨੀ ਅਫਗਾਨਿਸਤਾਨ 'ਤੇ ਰਾਜ ਕਰ ਰਹੇ ਹੋਣਗੇ। ਡੈਂਡੀ ਇਹ ਵੀ ਸਪਸ਼ਟ ਹੈ ਕਿ ਤਾਲਿਬਾਨ ਬੁਨਿਆਦੀ ਤੌਰ 'ਤੇ ਕੱਟੜ ਪਸ਼ਤੂਨ ਮੁਸਲਮਾਨ ਹਨ ਅਤੇ ਉਹ ਆਪਣੇ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ ਅਫਗਾਨਿਸਤਾਨ ਅਤੇ ਗੁਆਂਢੀ ਦੇਸ਼ਾਂ ਵਿੱਚ ਸੁੰਨੀ ਇਸਲਾਮ ਦੇ ਪ੍ਰਸਾਰ ਲਈ ਯਤਨਸ਼ੀਲ ਰਹਿਣਗੇ। ਡੈਂਡੀ ਘੱਟ ਗਿਣਤੀਆਂ ਅਤੇ ਔਰਤਾਂ ਦੀ ਸੁਰੱਖਿਆ ਨਿਸ਼ਚਿਤ ਤੌਰ 'ਤੇ ਖਤਰੇ ਵਿੱਚ ਹੋਵੇਗੀ ਅਤੇ ਭਾਰਤ ਦੇ ਵਿਸ਼ਾਲ ਵਿਕਾਸ ਪ੍ਰੋਜੈਕਟਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਫਿਰ ਵੀ ਭਾਰਤ ਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਸਭ ਕੁਝ ਖਤਮ ਹੋ ਗਿਆ ਹੈ। ਡੈਂਡੀ ਭਾਰਤ ਨੇ ਅਫਗਾਨਿਸਤਾਨ ਵਿਚਲੇ ਪ੍ਰਾਜੈਕਟਾਂ 'ਤੇ ਕਰੀਬ 3 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ ਜਿਸ ਵਿੱਚ ਇੱਕ ਡੈਮ ਸੰਸਦ ਦੀ ਇਮਾਰਤ ਦਾ ਨਿਰਮਾਣ ਅਤੇ ਸੜਕਾਂ ਦਾ ਜਾਲ ਵਿਛਾਉਣਾ ਆਦਿ ਸ਼ਾਮਲ ਹੈ ਜਿਸ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੁਆਰਾ 2016 ਵਿੱਚ ਕੀਤਾ ਗਿਆ ਸੀ। ਡੈਂਡੀ ਤਾਲਿਬਾਨ ਨੇ ਵਾਅਦਾ ਕੀਤਾ ਹੈ ਕਿ ਉਹ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਕੰਮਾਂ ਵਿੱਚ ਵਿਘਨ ਨਹੀਂ ਪਾਉਣਗੇ ਅਤੇ ਨਾ ਹੀ ਉਹ ਕਸ਼ਮੀਰ ਮੁੱਦੇ ਵਿੱਚ ਦਖਲ ਦੇਣਗੇ। ਪਰ ਭਵਿੱਖ ਵਿੱਚ ਕੀ ਹੁੰਦਾ ਹੈ ਪ੍ਰਸ਼ਨ ਚਿੰਨ੍ਹ ਕਿਹਾ ਨਹੀਂ ਜਾ ਸਕਦਾ। ਡੰਡੀ ਭਾਰਤ ਵਿੱਚ ਅੱਤਵਾਦ 'ਤੇ ਪ੍ਰਭਾਵ ਵਾਜਪਾਈ ਸਰਕਾਰ ਸਮੇਂ ਤਾਲਿਬਾਨ ਸਮਰਥਕਾਂ ਨੇ ਭਾਰਤ ਦਾ ਇੱਕ ਜਹਾਜ਼ ਅਗਵਾ ਕਰ ਲਿਆ ਸੀ ਅਤੇ ਉਹ ਉਸ ਨੂੰ ਕੰਧਾਰ ਲੈ ਗਏ ਸਨ ਜਿਸ ਕਾਰਨ ਭਾਰਤ ਨੂੰ ਜੈਸ਼-ਏ-ਮੁਹੰਮਦ ਦੇ ਵੱਡੇ ਅੱਤਵਾਦੀ ਆਗੂ ਮਸੂਦ ਅਜ਼ਹਰ ਨੂੰ ਕੰਧਾਰ ਲਿਜਾ ਕੇ ਰਿਹਾ ਕਰਨਾ ਪਿਆ ਸੀ। ਡੈਂਡੀ ਭਾਵੇਂ ਤਾਲਿਬਾਨ ਹੁਣ ਕਸ਼ਮੀਰ ਦੇ ਮਾਮਲੇ ਦੀ ਖੁੱਲ੍ਹ ਕੇ ਪੈਰਵੀ ਨਹੀਂ ਕਰਦੇ ਪਰ ਫਿਰ ਵੀ ਉਹਨਾਂ ਦੀ ਹਮਦਰਦੀ ਅੱਤਵਾਦੀਆਂ ਦੇ ਨਾਲ ਹੀ ਰਹੇਗੀ ਖਾਸ ਕਰਕੇ ਜਦੋਂ ਉਹਨਾਂ ਨਾਲ ISI ਵੀ ਸ਼ਾਮਲ ਹੋਵੇਗੀ। ਡੈਂਡੀ ਅਫਗਾਨ ਸਰਕਾਰ ਦਾ ਤਖ਼ਤਾ ਪਲਟਣਾ ਖੇਤਰੀ ਅੱਤਵਾਦੀ ਸਮੂਹਾਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰੇਗਾ। ਡੈਂਡੀ ਲਸ਼ਕਰ ਅਤੇ ਜੈਸ਼-ਏ-ਮੁਹੰਮਦ ਦੇ ਵੀ ਹੌਸਲੇ ਵਧ ਸਕਦੇ ਹਨ ਅਤੇ ਪਾਕਿਸਤਾਨੀ ਫੌਜ ਦੇ ਨਿਰਦੇਸ਼ਾਂ ਤਹਿਤ ਕਸ਼ਮੀਰ ਵਿੱਚ ਵੀ ਅਖੌਤੀ ਜਿਹਾਦ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਿਵੇਂ ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਕੀਤਾ ਸੀ। ਡੈਂਡੀ ਤਾਲਿਬਾਨ ਦਾ ਪੁਨਰ ਉਭਾਰ ਭਾਰਤ ਵਿੱਚ ਉਹਨਾਂ ਦੇ ਖਾਮੋਸ਼ ਸਮਰਥਕਾਂ ਨੂੰ ਵੀ ਹੁਲਾਰਾ ਦੇਵੇਗਾ। ਡੈਂਡੀ ਭਾਰਤ ਦੀ ਰਣਨੀਤਿਕ ਲੋੜ ਭਾਰਤ ਨੇ ਅਤੀਤ ਵਿੱਚ ਤਾਲਿਬਾਨ ਨੂੰ ਮਾਨਤਾ ਨਹੀਂ ਦਿੱਤੀ ਸੀ। ਡੈਂਡੀ ਵਿਚਾਰਧਾਰਕ ਤੌਰ 'ਤੇ ਭਾਰਤ ਅਤੇ ਤਾਲਿਬਾਨ ਵੱਖਰੇ ਹਨ। ਡੈਂਡੀ ਹੋਰ ਸਾਰੇ ਪ੍ਰਮੁੱਖ ਖੇਤਰੀ ਖਿਡਾਰੀਆਂ ਨੇ ਪਿਛਲੀ ਵਾਰ 1996-2001 ਦੌਰਾਨ ਉਹਨਾਂ ਦੀ ਹਕੂਮਤ ਸਮੇਂ ਉਹਨਾਂ ਨੂੰ ਮਾਨਤਾ ਦੇ ਦਿੱਤੀ ਸੀ। ਡੈਂਡੀ ਤਾਲਿਬਾਨ ਨੇ ਨਵੀਂ ਦਿੱਲੀ ਤੱਕ ਪਹੁੰਚ ਕਰਨ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਸੀ। ਡੈਂਡੀ ਪਰ ਹੁਣ ਨਵੀਂ ਦਿੱਲੀ ਦਾ ਮੁੱਖ ਹਿੱਤ ਅਫਗਾਨਿਸਤਾਨ ਵਿੱਚ
ਆਪਣੇ ਹਿੱਤਾਂ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਵੇਗਾ। ਡੰਡੀ ਤਾਲਿਬਾਨ ਨਾਲ ਵਾਰਤਾ ਸ਼ੁਰੂ ਕਰਨ ਨਾਲ ਭਾਰਤ ਲਈ ਕਈ ਖਤਰੇ ਖੜ੍ਹੇ ਹੋ ਸਕਦੇ ਹਨ, ਪਰ ਮੌਜੂਦਾ ਸਥਿਤੀਆਂ ਵਿੱਚ ਭਾਰਤ ਨੂੰ ਅਫਗਾਨਿਸਤਾਨ 'ਤੇ ਕਾਬਜ਼ ਹੋ ਗਏ ਤਾਲਿਬਾਨ ਨਾਲ ਭਾਰਤੀਆਂ ਨੂੰ ਬਚਾ ਕੇ ਲਿਆਉਣ ਲਈ ਕਿਸੇ ਨਾ ਕਿਸੇ ਪੱਧਰ 'ਤੇ ਗੱਲਬਾਤ ਕਰਨੀ ਹੀ ਪਵੇਗੀ। ਡੰਡੀ ਸਮੁੱਚੇ ਤੌਰ 'ਤੇ ਤਾਲਿਬਾਨ ਨਾਲ ਕਿਸ ਤਰ੍ਹਾਂ ਦੇ ਸੰਬੰਧ ਰੱਖਣੇ ਹਨ, ਇਸ ਲਈ ਆਉਣ ਵਾਲੇ ਸਮੇਂ ਵਿੱਚ ਭਾਰਤ ਪ੍ਰਤੀ ਉਹਨਾਂ ਦੀ ਪਹੁੰਚ ਨੂੰ ਦੇਖ ਕੇ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਡੰਡੀ ਇਸ ਲਈ ਵੇਖੋ ਤੇ ਇੰਤਜ਼ਾਰ ਕਰੋ ਦੀ ਨੀਤੀ 'ਤੇ ਚੱਲਣਾ ਪਵੇਗਾ। ਡੰਡੀ ਕੀ ਅਸੀਂ ਸੱਚਮੁੱਚ ਆਜ਼ਾਦ ਹਾਂ? ਪ੍ਰਸ਼ਨ ਚਿੰਨ੍ਹ ਇਹ ਕਿਹੋ ਜਿਹੀ ਆਜ਼ਾਦੀ ਹੈ ਜਿੱਥੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਡੰਡਿਆਂ, ਡਾਂਗਾਂ, ਹੰਝੂ ਗੈਸ ਦੇ ਨਾਲ ਆਵਾਰਾ ਪਸ਼ੂਆਂ ਵਾਂਗ ਖਦੇੜਨ ਦੀ ਪੂਰੀ ਵਾਹ ਲਾਈ ਜਾਂਦੀ ਹੈ, ਜਿੱਥੇ ਆਪ ਦੀ ਮਰਜ਼ੀ ਅਨੁਸਾਰ ਹੀ ਬੰਦ ਕਮਰਿਆਂ ਵਿੱਚ ਖੁਫੀਆ ਮੀਟਿੰਗਾਂ ਰੱਖ ਕੇ ਸਾਡੇ ਲਈ ਮਾਰੂ ਕਾਨੂੰਨ ਬਣਾਏ ਜਾਂਦੇ ਹਨ, ਜਿੱਥੇ ਜਬਰ ਜਨਾਹ ਦੇ ਦੋਸ਼ੀਆਂ ਨੂੰ ਜੇਲ੍ਹ ਵਿੱਚ VIP ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜਿੱਥੇ ਬੋਤਲ ਦੇ ਲਾਲਚ ਵਿੱਚ ਕੁਝ ਮੂਰਖ ਲੋਕ ਵੋਟ ਪਾਉਂਦੇ ਹਨ, ਜਿੱਥੇ ਸ਼ਰੇਆਮ ਪੁਲਿਸ ਆਂਡੇ ਚੋਰੀ ਕਰਦੀ ਹੈ, ਜਿੱਥੇ ਲੱਖਾਂ ਦਾ ਘਪਲਾ ਕਰਨ ਵਾਲੇ ਵਿਜੇ ਮਾਲਿਆ ਵਰਗੇ ਟੌਰ ਨਾਲ ਵਿਦੇਸ਼ਾਂ ਵਿੱਚ ਬੈਠੇ ਹਨ, ਜਿੱਥੇ ਰੁਜ਼ਗਾਰ ਦੀ ਘਾਟ ਕਰਕੇ ਨੌਜਵਾਨ ਵਿਦੇਸ਼ਾਂ ਨੂੰ ਕੂਚ ਕਰ ਰਹੇ ਹਨ, ਜਿੱਥੇ ਚਿੱਟਾ ਅਤੇ ਹੋਰ ਵੀ ਕਈ ਤਰ੍ਹਾਂ ਦਾ ਨਸ਼ਾ ਆਮ ਵਿਕਦਾ ਹੈ, ਜਿੱਥੇ ਨੇਤਾ ਸਾਧਾਂ ਪਖੰਡੀਆਂ ਕੋਲੋਂ ਚੋਣਾਂ ਵਿੱਚ ਜਿੱਤਣ ਲਈ ਧਾਗੇ ਤਵੀਤ ਕਰਾਉਂਦੇ ਫਿਰਦੇ ਹਨ, ਜਿੱਥੇ ਔਰਤ ਦੀ ਸੁਰੱਖਿਆ ਦੇ ਪ੍ਰਬੰਧ ਨਾ ਮਾਤਰ ਹਨ, ਜਿੱਥੇ ਸਰਕਾਰੀ ਨੌਕਰੀਆਂ 'ਤੇ ਸਿਰਫ ਸਿਫਾਰਸ਼ੀ ਲੋਕਾਂ ਦਾ ਕਬਜ਼ਾ ਹੈ, ਜਿੱਥੇ ਪਲ ਪਲ ਸਾਨੂੰ ਬੰਧੂਆ ਮਜ਼ਦੂਰਾਂ ਵਾਂਗ ਜੀਵਨ ਬਤੀਤ ਕਰਨਾ ਪਵੇ। ਇਸ ਨੂੰ ਆਜ਼ਾਦੀ ਕਹਿਣਾ ਬਿਲਕੁਲ ਝੂਠ ਹੈ, ਪਰ ਹਾਂ, ਇਹ ਕਲਮਾਂ ਸਦਕਾ ਆਜ਼ਾਦ ਹਨ ਅਤੇ ਰਹਿਣਗੀਆਂ। ਡੰਡੀ ਲਿਖੋ ਸਮੇਂ ਦਾ ਸੱਚ ਅਤੇ ਬਿਆਨ ਕਰੋ ਇਸ ਤਰਾਸਦੀ ਨੂੰ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਮਾੜੇ ਪ੍ਰਬੰਧ ਅਤੇ ਸਿਆਸਤੀ ਚਾਲਬਾਜ਼ ਲੋਕਾਂ ਤੋਂ ਸੁਚੇਤ ਹੋ ਸਕਣ। ਡੰਡੀ ਅਫਗਾਨਿਸਤਾਨ ਦੀ ਹਾਲਤ ਤਰਸਯੋਗ, ਜਿੱਥੇ ਅਨੇਕਾਂ ਮਾਸੂਮਾਂ ਨਿਹੱਥੇ ਲੋਕਾਂ 'ਤੇ ਜ਼ੁਲਮ ਹੋ ਰਹੇ ਹਨ, ਘਰੋਂ ਬੇਘਰ ਹੋਏ ਪਏ ਹਨ ਤੇ ਅੱਜ ਦੂਜੇ ਦੇਸ਼ਾਂ ਵੱਲ ਵੇਖ ਰਹੇ ਹਨ। ਡੰਡੀ ਕਿਤੋਂ ਵੀ ਕੋਈ ਚੰਗੇ ਦੀ ਆਸ ਨਜ਼ਰ ਨਹੀਂ ਆਉਂਦੀ। ਹੋਰ ਤਾਂ ਹੋਰ, ਜਦੋਂ ਵੀ ਕਿਸੇ ਮੁਲਕ 'ਤੇ ਸੰਕਟ ਪੈਦਾ ਹੋਇਆ, ਚਾਹੇ ਦੇਸ਼ ਦੀ ਵੰਡ ਹੋਵੇ ਜਾਂ ਯੁੱਧ ਨੀਤੀ ਉਜਾੜਾ, ਕੁਦਰਤੀ ਕਹਿਰ ਹੋਇਆ ਹੋਵੇ, ਸਭ ਤੋਂ ਵੱਧ ਦੁੱਖ ਮੁਸੀਬਤਾਂ ਔਰਤਾਂ ਨੂੰ ਝੱਲਣੀਆਂ ਪਈਆਂ। ਡੰਡੀ ਇਹ ਔਰਤਾਂ ਦੀ ਸਭ ਤੋਂ ਵੱਡੀ ਤਰਾਸਦੀ ਹੈ। ਡੰਡੀ ਚਾਹੇ ਸਾਡੇ ਦੇਸ਼ ਦੀ ਵੰਡ ਸੀ ਜਾਂ ਅੱਜ ਅਫਗਾਨਿਸਤਾਨ ਜਿਹੇ ਮੁਲਕ ਵਿੱਚ ਵੀ ਔਰਤਾਂ ਦੀ ਹਾਲਤ ਤਰਸਯੋਗ ਹੈ। ਔਰਤਾਂ ਸੰਕਟ ਵਿੱਚ ਹਨ। ਡੰਡੀ ਅਮਰੀਕਾ ਨੂੰ ਅਫਗਾਨਿਸਤਾਨ ਵਿੱਚੋਂ ਫੌਜਾਂ ਕੱਢਣ ਦੀ ਦੇਰ ਸੀ, ਉੱਥੋਂ ਦੇ ਹਾਲਾਤ ਹੋਰ ਵੀ ਭਿਆਨਕ ਹੋ ਗਏ। ਡੰਡੀ ਸਿਫਾਰਸ਼ ਤੇ ਰਿਸ਼ਵਤ ਦਾ ਬੋਲਬਾਲਾ। ਪਿਛਲੇ ਦਿਨੀਂ ਅਜੀਤ ਅਖਬਾਰ ਵਿੱਚ ਖਬਰ ਪੜ੍ਹ ਕੇ ਮੈਂ ਕਮਿਊਨਿਟੀ ਸੈਂਟਰ ਮਾਡਲ ਟਾਊਨ ਪਟਿਆਲਾ ਵਿਖੇ
ਸਵੇਰੇ 9 ਵਜੇ ਹੀ ਲੰਮੀ ਕਤਾਰ ਵਿੱਚ ਵੈਕਸੀਨ ਦੀ ਪਹਿਲੀ ਖੁਰਾਕ ਲਗਵਾਉਣ ਲਈ ਖੜ੍ਹਾ ਹੋ ਗਿਆ। ਡੈਂਡੀ ਮੇਰੇ ਮੂਹਰੇ ਲਗਭਗ 60-70 ਵਿਅਕਤੀ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਲਈ ਖੜ੍ਹੇ ਸਨ। ਡੈਂਡੀ ਮੇਰੀ ਉਮਰ ਲਗਭਗ 59 ਸਾਲ ਹੈ। ਡੈਂਡੀ ਇੱਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਡੈਂਡੀ ਬਹੁਤ ਹੀ ਜ਼ਿਆਦਾ ਗਰਮੀ ਕਾਰਨ ਸਾਰੇ ਹੀ ਲੋਕ ਗਰਮੀ ਤੋਂ ਪਰੇਸ਼ਾਨ ਸਨ। ਡੈਂਡੀ ਕਤਾਰ ਤੋਂ ਇਲਾਵਾ ਸਿਫਾਰਸ਼ੀ ਲੋਕ ਵੀ ਬਿਨਾਂ ਕਤਾਰ ਵਿੱਚ ਖੜ੍ਹੇ ਟੀਕਾ ਲਗਵਾ ਰਹੇ ਸਨ। ਡੈਂਡੀ ਰਿਸ਼ਵਤ ਲੈਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਡੈਂਡੀ 11:40 ਵਜੇ ਸਵੇਰੇ ਇਹ ਕਹਿ ਦਿੱਤਾ ਗਿਆ ਕਿ ਵੈਕਸੀਨ ਖਤਮ ਹੋ ਗਈ। ਡੈਂਡੀ ਫਿਰ ਆਉਣਾ ਪਵੇਗਾ। ਡੈਂਡੀ 2.30 ਘੰਟੇ ਦੇ ਸਮੇਂ ਵਿੱਚ ਗਰਮੀ ਹੋਇਆ ਹੋਰ ਲੋਕਾਂ ਦੀ ਤਰ੍ਹਾਂ ਬਿਨਾਂ ਵੈਕਸੀਨ ਦੀ ਡੋਜ਼ ਲਗਵਾਏ ਮੈਂ ਆਪਣੇ ਘਰ ਉਦਾਸ ਹੋ ਕੇ ਆ ਗਿਆ। ਡੈਂਡੀ ਸਿਹਤ ਮੰਤਰੀ ਨੂੰ ਦੋਵੇਂ ਹੱਥ ਜੋੜ ਕੇ ਆਮ ਲੋਕਾਂ ਵੱਲੋਂ ਬੇਨਤੀ ਹੈ ਕਿ ਘੱਟੋ ਘੱਟ ਵੈਕਸੀਨ ਲਗਵਾਉਣ ਵਿੱਚ ਤਾਂ ਸਿਫਾਰਸ਼ ਅਤੇ ਰਿਸ਼ਵਤਖੋਰੀ ਨਾ ਚੱਲਣ ਦਿਓ। ਡੈਂਡੀ ਕਮਿਊਨਿਟੀ ਸੈਂਟਰ ਮਾਡਲ ਟਾਊਨ ਪਟਿਆਲਾ ਦੇ ਇੰਚਾਰਜ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਡੈਂਡੀ ਸੜਕਾਂ ਦੀ ਮੁਰੰਮਤ ਪੰਜਾਬ ਸਰਕਾਰ ਨੇ ਸੂਬੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਦੇ ਵਾਅਦੇ ਤਾਂ ਕੀਤੇ ਪਰ ਅਜੇ ਤੱਕ ਇਹ ਟੀਚਾ ਅਧੂਰਾ ਹੀ ਰਿਹਾ। ਡੈਂਡੀ ਪਿੰਡਾਂ ਅਤੇ ਕਸਬਿਆਂ ਦੀਆਂ ਸੜਕਾਂ ਦੀ ਹਾਲਤ ਇੰਨੀ ਕੁ ਖਸਤਾ ਹੋ ਚੁੱਕੀ ਹੈ ਕਿ ਆਵਾਜਾਈ ਨੂੰ ਰੋਜ਼ਾਨਾ ਹੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਡੈਂਡੀ ਵੋਟਾਂ ਦੇ ਨੇੜੇ ਤਾਂ ਪਾਰਟੀ ਦੇ ਨੇਤਾ ਪਿੰਡ ਸ਼ਹਿਰ ਗਲੀ ਮੁਹੱਲੇ ਜਾ ਕੇ ਆਮ ਲੋਕਾਂ ਨਾਲ ਨਵੀਂ ਨਰੋਈ ਸੜਕ ਦੇ ਵਾਅਦੇ ਕਰਦੇ ਹਨ ਪਰ ਬਾਅਦ ਵਿੱਚ ਇਹ ਵਾਅਦੇ ਅਧੂਰੇ ਹੀ ਰਹਿ ਜਾਂਦੇ ਹਨ। ਡੈਂਡੀ ਸੜਕਾਂ ਦੀ ਖਸਤਾ ਹਾਲਤ ਕਾਰਨ ਰੋਜ਼ਾਨਾ ਕਈ ਦਰਦਨਾਕ ਹਾਦਸੇ ਵਾਪਰਦੇ ਹਨ ਅਤੇ ਲੋਕਾਂ ਦਾ ਸਮਾਂ ਵੀ ਖਰਾਬ ਹੁੰਦਾ ਹੈ ਪਰ ਸਾਡਾ ਪ੍ਰਸ਼ਾਸਨ ਸੁੱਤਾ ਪਿਆ ਹੈ। ਇਹ ਕੇਵਲ ਵੋਟਾਂ ਨੇੜੇ ਜਾਗਦਾ ਹੈ। ਡੈਂਡੀ ਸੜਕਾਂ ਦੀ ਹਾਲਤ ਤਰਸਯੋਗ ਹੋਣ ਕਾਰਨ ਪਿੰਡਾਂ ਅਤੇ ਕਸਬਿਆਂ ਦੇ ਲੋਕ ਸਹੂਲਤਾਂ ਤੋਂ ਵਾਂਝੇ ਹਨ। ਡੈਂਡੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਵੱਲ ਧਿਆਨ ਦਿੱਤਾ ਜਾਵੇ ਅਤੇ ਹਰ 5 ਕਿਲੋਮੀਟਰ ਦੀ ਦੂਰੀ 'ਤੇ PWD ਦੇ ਸਰਕਾਰੀ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ। ਡੈਂਡੀ ਜੇਕਰ ਸੜਕ ਦੀ ਮੁਰੰਮਤ ਦੀ ਅਣਗਹਿਲੀ ਕਾਰਨ ਕੋਈ ਵੀ ਹਾਦਸਾ ਵਾਪਰੇ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ। ਡੈਂਡੀ ਆਜ਼ਾਦੀ ਦਿਵਸ 'ਤੇ ਹਰ ਸਾਲ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਵੱਡੇ ਭਾਸ਼ਣ ਦਿੰਦੇ ਤੇ ਭਵਿੱਖ ਦੇ ਸੁਪਨੇ ਵਿਖਾ ਜਾਂਦੇ ਹਨ। ਡੈਂਡੀ ਇਸ ਸਾਲ ਜੋ ਸਭ ਤੋਂ ਵੱਡਾ ਸੁਪਨਾ ਵਿਖਾਇਆ ਗਿਆ ਉਹ ਇਹ ਸੀ ਕਿ ਜਿਹੜਾ ਸੁਪਨਾ ਹੁਣ ਤੱਕ ਸਭ ਦਾ ਸਾਥ ਸਭ ਦਾ ਵਿਕਾਸ ਨਾਅਰਾ ਲਾ ਕੇ ਵਿਖਾਇਆ ਗਿਆ ਸੀ ਉਸ ਨਾਅਰੇ ਨੂੰ ਜ਼ਰਾ ਵੱਡਾ ਕਰਕੇ ਉਸ ਵਿੱਚ ਹੁਣ ਸਭ ਦਾ ਵਿਸ਼ਵਾਸ ਤੇ ਸਭ ਦਾ ਪ੍ਰਯਾਸ ਜੋੜ ਕੇ ਨਵਾਂ ਸੁਪਨਾ ਵਿਖਾਇਆ ਗਿਆ ਹੈ ਕਿ ਪਿੱਛੇ ਜੋ ਹੋਇਆ ਸੋ ਹੋਇਆ। ਹੁਣ ਨਵੇਂ ਨਾਅਰੇ ਹੇਠ ਹੋਣ ਵਾਲੇ ਵਿਕਾਸ ਨਾਲ ਦੁਨੀਆ
ਨਵੇਂ ਭਾਰਤ ਦੀ ਨਵੀਂ ਤਸਵੀਰ ਵੇਖ ਕੇ ਦੰਗ ਰਹਿ ਜਾਏਗੀ। ਡੈਂਡੀ ਵਿਸ਼ਵਾਸ ਤੇ ਸਭ ਦੀ ਕੋਸ਼ਿਸ਼ ਪ੍ਰਯਾਸ ਤੋਂ ਬਿਨਾਂ ਕੁਝ ਵੀ ਮੁਮਕਿਨ ਨਹੀਂ, ਪਰ ਇਸ ਸਭ ਵਿੱਚ ਸ਼ਾਮਲ ਕਿਸ ਸਭ ਨੂੰ ਕੀਤਾ ਜਾ ਰਿਹਾ ਹੈ। ਡੈਂਡੀ ਇਸ ਦਾ ਵਰਣਨ ਅੱਜ ਜ਼ਰੂਰੀ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ ਇਹ ਆਖ ਤਾਂ ਦਿੱਤਾ ਹੈ ਕਿ ਅੱਜ ਆਜ਼ਾਦੀ ਦਾ ਮਹਾਂ ਉਤਸਵ ਹੈ, ਪਰ ਭਾਜਪਾ ਦੇ 7 ਸਾਲ ਦੇ ਸ਼ਾਸਨ ਵਿੱਚ ਆਮ ਆਦਮੀ ਵਾਸਤੇ ਲੋਕ ਰਾਜੀ ਸ਼ਾਸਕ ਤੇ ਆਰਥਿਕ ਆਜ਼ਾਦੀ ਦੋਵੇਂ ਹੀ ਕੰਮ ਕਰਦੇ ਨਹੀਂ ਵਿਖਾਈ ਦਿੱਤੇ। ਡੈਂਡੀ ਇਸ ਸਾਲ ਦੇ ਕੁਝ ਅੰਕੜਿਆਂ 'ਤੇ ਨਜ਼ਰ ਮਾਰਨਾ ਬੜਾ ਜ਼ਰੂਰੀ ਹੈ, ਜਿਸ ਤੋਂ ਬਾਅਦ ਹੀ ਗੱਲ ਅੱਗੇ ਚੱਲਦੀ ਹੈ। ਡੈਂਡੀ ਬੁਨਿਆਦੀ ਢਾਂਚੇ ਉੱਤੇ 1 ਲੱਖ ਕਰੋੜ ਖਰਚ ਕਰਨ ਦਾ ਐਲਾਨ ਤਾਂ ਸਰਕਾਰ ਨੇ ਕਰ ਦਿੱਤਾ ਹੈ, ਪਰ ਅੱਜ ਤੱਕ ਦੇ ਹੋਏ ਖਰਚੇ ਦਾ ਨਤੀਜਾ ਵੀ ਲੋਕਾਂ ਸਾਹਮਣੇ ਰੱਖਣਾ ਜ਼ਰੂਰੀ ਹੈ। ਡੈਂਡੀ ਅਰਥ ਵਿਵਸਥਾ ਦੀ ਉਸ ਗਿਰਾਵਟ ਤੋਂ ਹਰ ਕੋਈ ਜਾਣੂ ਹੈ ਜੋ ਸ਼ਾਇਦ ਕੋਵਿਡ ਦੇ ਅਸਰ ਹੇਠ ਹੋਂਦ ਵਿੱਚ ਆਈ, ਪਰ ਇਸ ਦੌਰ ਵਿੱਚ ਕੁਝ ਅਜਿਹੇ ਤੱਥ ਵੀ ਸਾਹਮਣੇ ਆ ਕੇ ਦੱਸਦੇ ਹਨ ਕਿ ਲੱਖ ਕਰੋੜ ਦਾ ਫਾਇਦਾ ਗਰੀਬਾਂ ਨੂੰ ਬਿਲਕੁਲ ਨਾ ਹੋਇਆ ਤੇ ਕੁਝ ਅਮੀਰ ਹੀ ਸਭ ਕੁਝ ਲੁੱਟ ਕੇ ਲੈ ਗਏ। ਡੈਂਡੀ ਅਰਥ ਵਿਵਸਥਾ ਕਮਜ਼ੋਰ ਹੋਈ, ਪਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਕਤਾਰ ਵਿੱਚ ਭਾਰਤ ਦੇ 2 ਖਰਬਪਤੀ ਵੀ ਸ਼ਾਮਲ ਹੋ ਗਏ। ਡੈਂਡੀ ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਕੇਵਲ 9 ਅਰਬਪਤੀ ਸਨ, ਜੋ ਹੁਣ ਵੱਧ ਕੇ 101 ਹੋ ਗਏ ਹਨ। ਡੈਂਡੀ ਪਰ ਗਰੀਬੀ ਹੇਠ ਰਹਿਣ ਵਾਲੇ ਭਾਰਤ ਦੀ ਗਿਣਤੀ ਵਿੱਚ 6.3 ਕਰੋੜ ਦਾ ਵਾਧਾ ਹੋਇਆ। ਡੈਂਡੀ ਭਾਰਤ ਦੀ 73% ਦੌਲਤ 1% ਘਾਟੇ ਵਿੱਚ ਆ ਗਈ ਤੇ 67% ਆਬਾਦੀ ਦੀ ਆਮਦਨ ਵਿੱਚ 1% ਵਾਧਾ ਹੀ ਹੋਇਆ। ਡੈਂਡੀ ਯਾਨੀ 99% ਆਬਾਦੀ ਇੱਕ ਪਾਸੇ ਤੇ 1% ਦੂਜੇ ਪਾਸੇ। ਡੈਂਡੀ ਇਹ ਜੋ ਅਮੀਰ 1% ਹੈ, ਉਹਨਾਂ ਦੀ ਦੌਲਤ 10 ਗੁਣਾ ਪਿਛਲੇ ਦਹਾਕੇ ਵਿੱਚ ਵਧੀ ਤੇ ਇਹ 1% ਲੋਕਾਂ ਦੀ ਦੌਲਤ ਭਾਰਤ ਦੇ 2018-19 ਦੇ ਬਜਟ ਤੋਂ ਵੱਧ ਹੈ। ਡੈਂਡੀ ਅੱਜ ਦੀ ਅਸਲੀਅਤ ਇਹ ਹੈ ਕਿ ਸਿਹਤ ਸਹੂਲਤਾਂ ਇੱਕ ਹੱਕ ਵਜੋਂ ਜ਼ਰੂਰਤਮੰਦਾਂ ਨੂੰ ਨਹੀਂ, ਬਲਕਿ ਪੈਸੇ ਵਾਲਿਆਂ ਨੂੰ ਮਿਲਦੀਆਂ ਹਨ। ਡੈਂਡੀ 49 ਲੱਖ ਤੋਂ ਵੱਧ ਲੋਕਾਂ ਦੀ ਮੌਤ 2020 ਵਿੱਚ ਹੋਈ ਹੈ। ਡੈਂਡੀ ਕੀ ਇਹ ਸਭ ਸਿਹਤ ਸੇਵਾਵਾਂ ਵਿੱਚ ਕਮੀ ਦਾ ਨਤੀਜਾ ਹਨ ਜਾਂ ਪ੍ਰਸ਼ਨ ਬੱਚਿਆਂ ਵਾਸਤੇ ਫੌਜੀ ਸਕੂਲ ਖੁੱਲ੍ਹ ਗਏ ਹਨ ਤੇ ਇਹ ਉਹਨਾਂ ਵਾਸਤੇ ਬਰਾਬਰੀ ਦੀ ਇੱਕ ਹੋਰ ਪੌੜੀ ਹੈ, ਪਰ ਅੰਕੜੇ ਦੱਸਦੇ ਹਨ ਕਿ ਭਾਰਤ ਦੀਆਂ ਔਰਤਾਂ ਮਰਦਾਂ ਮੁਕਾਬਲੇ ਨਾ ਕਮਾ ਰਹੀਆਂ ਹਨ ਤੇ ਨਾ ਹੀ ਅੱਗੇ ਆਉਣ ਦਾ ਮੌਕਾ ਲੱਭ ਰਹੀਆਂ ਹਨ। ਡੈਂਡੀ ਸਾਡੀ ਕੇਂਦਰ ਸਰਕਾਰ ਵਿੱਚ ਔਰਤਾਂ ਦੀ ਸ਼ਮੂਲੀਅਤ 23% ਤੋਂ ਘੱਟ ਕੇ 9.1% 'ਤੇ ਆ ਗਈ ਹੈ। ਡੈਂਡੀ ਫਿਰ ਇਸ ਆਜ਼ਾਦੀ ਦੇ ਮਹਾਂ ਉਤਸਵ 'ਤੇ ਸਾਨੂੰ ਭਾਰਤ ਵਿੱਚ ਆਜ਼ਾਦ ਭਾਰਤ ਦੀ ਗਿਰਾਵਟ ਵੀ ਸਮਝਣੀ ਪਵੇਗੀ, ਜੋ ਕਿ ਹੁਣ ਡਿੱਗ ਕੇ ਭਾਰਤ ਦੀ ਸੱਤਾ ਸੰਭਾਲੀ ਪਾਰਟੀ ਦੀ ਆਜ਼ਾਦੀ ਹੀ ਮੰਨੀ ਜਾਣ ਲੱਗੀ ਹੈ। ਡੈਂਡੀ ਨਾ ਭਾਰਤ ਵਿੱਚ ਚੋਣ ਮੁਹਿੰਮ ਦੀ ਨਿਰਪੱਖਤਾ ਤੇ ਪਾਰਦਰਸ਼ਤਾ ਦਾ ਵਿਸ਼ਵਾਸ ਕਾਇਮ ਰਿਹਾ ਹੈ ਤੇ ਨਾ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦੀਆਂ ਹਨ। ਡੈਂਡੀ ਰਾਜ ਪ੍ਰਬੰਧ ਵਿੱਚ
ਭ੍ਰਿਸ਼ਟਾਚਾਰ ਇੱਕ ਵੱਡਾ ਸੱਚ ਬਣ ਚੁੱਕਾ ਹੈ ਜਿਸ ਦੇ ਬਿਨਾਂ ਕੋਈ ਕੰਮ ਹੋ ਹੀ ਨਹੀਂ ਸਕਦਾ। ਡੰਡੀ ਪਿਛਲੀ ਕਾਂਗਰਸ ਸਰਕਾਰ ਵੇਲੇ ਅਗਸਤਾ ਦੇ ਨਾਮ 'ਤੇ ਇਲਜ਼ਾਮ ਵਿਰੋਧੀ ਧਿਰ ਨੇ ਲਗਾਏ ਸਨ ਅਤੇ ਇਸ ਸਰਕਾਰ ਵੱਲੋਂ ਫਰਾਂਸ ਨਾਲ ਕੀਤੇ ਰਫੇਲ ਜਹਾਜ਼ ਦੇ ਕੀਤੇ ਸਮਝੌਤੇ ਅਤੇ ਫਰਾਂਸੀਸੀ ਅਜਿਮਨੀਆਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਡੰਡੀ ਆਜ਼ਾਦੀ ਦਿਵਸ 'ਤੇ ਕਿਸਾਨਾਂ 'ਤੇ ਖਾਸ ਕਰਕੇ ਛੋਟੇ ਕਿਸਾਨਾਂ ਦੀ ਗੱਲ ਵੀ ਕੀਤੀ ਗਈ, ਪਰ ਜਦ ਦੇਸ਼ ਦੇ ਕਿਸਾਨ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਸਭ ਵਿੱਚ ਸਰਹੱਦਾਂ 'ਤੇ ਬੈਠੇ ਕਿਸਾਨ ਸ਼ਾਮਲ ਹਨ ਜਾਂ ਨਹੀਂ? ਪ੍ਰਸ਼ਨ ਚਿੰਨ੍ਹ। ਅੱਜ ਲੋੜ ਹੈ ਕਿ ਸਾਡੀ ਸਰਕਾਰ ਬੈਠ ਕੇ ਮੰਥਨ ਕਰੇ ਕਿ ਸਾਡੀਆਂ ਨੀਤੀਆਂ ਦਾ ਅਸਰ ਉਹੀ ਹੋਇਆ ਹੈ ਜੋ ਅਸੀਂ ਚਾਹੁੰਦੇ ਸੀ? ਪ੍ਰਸ਼ਨ ਚਿੰਨ੍ਹ। ਜੇ ਨਹੀਂ ਤਾਂ ਫਿਰ ਹੁਣ ਰਸਤਾ ਬਦਲਿਆ ਜਾਵੇ। ਡੰਡੀ ਪਰ ਕੀ ਇਸ ਤਰ੍ਹਾਂ ਦੀ ਬਰਾਬਰੀ ਹੀ ਉਹਨਾਂ ਦਾ ਸੁਪਨਾ ਸੀ ਅਤੇ ਅੱਜ ਵੀ ਹੈ? ਪ੍ਰਸ਼ਨ ਚਿੰਨ੍ਹ। ਤਾਂ ਫਿਰ ਸਭ ਦੀ ਪਰਿਭਾਸ਼ਾ ਹੀ ਕਿਉਂ ਨਾ ਬਦਲ ਦਿੱਤੀ ਜਾਵੇ? ਪ੍ਰਸ਼ਨ ਚਿੰਨ੍ਹ।